ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤੁਮਰੀ ਸ਼ਰਨ ਤੁਮਰੀ ਆਸਾ, ਤੁਮਰੀ ਸਜਣ ਸਹੇਲੀ। ਰਾਖੋ ਨਾਨਕ ਕਰਕੇ ਗੁਰੇ ਬਲਿਹਾਰੀ ਗੁਰੇ ਆਪਣੇ ਦਿਵਹਾੜੀ ਸਤਿਵਾਰ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਜੇ ਸੋ ਚੁੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ। ਇਤੇ ਜਾਣਨ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਧੰਨ ਵਾਹਿਗੁਰੂ ਸਾਹਿਬ ਜੀਓ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਜੁਗੋ ਜੁਗੇ ਅਟਲ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨਾਂ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਕੇ ਇਕੱਤਰ ਹੋਏ ਸਤਿਕਾਰਯੋਗ ਸਤਿਸੰਗੀ ਜਨੋ, ਸਤਿਗੁਰੂ ਜੀ ਨੇ ਮਹਾਨ ਰਹਿਮਤ ਬਖਸ਼ ਕੀਤੀ। ਆਪਣੇ ਮੁਬਾਰਕ ਚਰਨਾਂ ਅੰਦਰ ਬੈਠਣ ਦਾ ਸੁਭਾਗਾ ਸਮਾਂ ਬਖਸ਼ ਕੀਤਾ ਹੈ। ਆਓ ਅੱਜ ਅਸੀਂ ਜੋ ਆਸਾ ਕੀ ਵਾਰ, ਉਸ ਦੀ ਭੂਮਿਕਾ, ਉਸ ਬਾਣੀ ਦੇ ਬਾਰੇ ਜਾਣਕਾਰੀ ਉਹ ਸਾਂਝੀ ਕਰਾਂਗੇ। ਅੱਜ ਤੋਂ ਆਸਾ ਕੀ ਵਾਰ ਦੀ ਵਿਚਾਰ ਆਪਾਂ ਲੜੀਵਾਰ ਆਪ ਸਰਬੱਤ ਸੰਗਤ ਦੇ ਨਾਲ ਸਾਂਝੀ ਕਰਨ ਦਾ ਯਤਨ ਕਰਾਂਗੇ। ਜਦੋਂ ਅਸੀਂ ਇਸ ਬਾਣੀ ਦੀ ਵਿਚਾਰ ਕਰਦੇ ਹਾਂ, ਇਹ ਬਾਣੀ ਸਾਡੇ ਰੋਜ਼ਾਨਾ ਭਾਵੇਂ ਕਿ ਨਿਤਨੇਮ ਦੇ ਰੂਪ ਦੇ ਵਿੱਚ ਵੀ ਨਿਤਨੇਮ ਦੀਆਂ ਬਾਣੀਆਂ ਤੋਂ ਬਾਅਦ ਲਗਾਤਾਰ ਗੁਰਦੁਆਰਾ ਸਾਹਿਬ ਦੇ ਅੰਦਰ ਜਿਹੜੀ ਇਹ ਬਾਣੀ ਗਾਈ ਜਾਂਦੀ ਹੈ, ਪੜ੍ਹੀ ਜਾਂਦੀ ਹੈ ਤੇ ਸਵੇਰੇ ਕੀਰਤਨ ਵੀ ਕਈ ਥਾਂ ਹੁੰਦਾ ਹੈ। ਤੇ ਭਾਵੇਂ ਕੀਰਤਨ ਹੁੰਦਾ, ਜਦੋਂ ਉਸ ਦੀ ਵਿਚਾਰ ਵੇਖਦੇ ਹਾਂ ਜਾਂ ਉਸ ਦੇ ਬਾਰੇ ਜੋ ਉਸ ਵਿੱਚ ਸਮਝਾਇਆ ਗਿਆ ਹੈ, ਉਸ ਦੇ ਬਾਰੇ ਜਾਣਕਾਰੀ ਬੜੀ ਘੱਟ ਹੈ। ਜੋ ਉਸ ਦੇ ਵਿੱਚ ਸਮਝ ਦਿੱਤੀ ਗਈ ਹੈ, ਆਪਣੇ ਨਿੱਜੀ ਜੀਵਨ ਦੇ ਵਿੱਚ ਬੰਦਾ ਬਹੁਤ ਘੱਟ ਉਸ ਨੂੰ ਲੈ ਕੇ ਆਉਂਦਾ ਹੈ, ਆਪਣੇ ਜੀਵਨ ਦੇ ਵਿੱਚ ਵਰਤਦਾ ਹੈ। ਸੋ ਆਓ ਸਤਿਗੁਰੂ ਜੀ ਕਿਰਪਾ ਕਰਨ, ਆਪਾਂ ਲਗਾਤਾਰ ਇਸ ਬਾਣੀ ਦੀ ਵਿਚਾਰ ਸਮਝਣ ਦਾ ਯਤਨ ਕਰਾਂਗੇ। ਆਓ ਗੁਰਬਾਣੀ ਦੀ ਇਸ ਵਿਚਾਰ ਨੂੰ ਆਰੰਭ ਕਰਨ ਤੋਂ ਪਹਿਲਾਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੇ ਨਾਲ ਸਾਂਝ ਪਾਈਏ। ਕੋਈ ਵੀ ਰਸਨਾ ਬਾਝੀ ਨਾ ਰਹੇ, ਸਾਰੇ ਇੱਕੋ ਵਾਰ ਕਹਿੰਦੇ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਕੀ ਵਾਰ ਜਿਹੜੀ ਬਾਣੀ ਹੈ, ਇਹ ਪਹਿਲੇ ਗੁਰੂ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਪਾਤਸ਼ਾਹ ਦੀ ਰਸਨਾ ਤੋਂ
ਬਾਣੀ ਜਦੋਂ ਅਸੀਂ ਦੇਖਦੇ ਹਾਂ ਕਿ ਮੁੱਢ ਦੇ ਵਿੱਚ ਸਭ ਤੋਂ ਪਹਿਲਾਂ ਮੂਲ ਮੰਤਰ ਜਿਹੜਾ ਸੰਪੂਰਨ ਮੂਲ ਮੰਤਰ ਉਹ ਦਰਜ ਕੀਤਾ ਗਿਆ ਹੈ। ਇਸ ਤੋਂ ਬਾਅਦ ਆਸਾ ਮਹਲਾ ਪਹਿਲਾ ਇਹ ਉਹਦੇ ਵਿੱਚ ਰਾਗ ਦੱਸਿਆ ਗਿਆ ਹੈ ਤੇ ਪਹਿਲੇ ਜਿਹੜਾ ਮਹਿਲਾ ਸ਼ਬਦ ਹੈ ਉਹ ਗੁਰੂ ਨਾਨਕ ਪਾਤਸ਼ਾਹ ਉਹਨਾਂ ਦੀ ਉਚਾਰਨ ਕੀਤੀ ਹੋਈ ਬਾਣੀ ਹੈ, ਇਹ ਸਰਲੇਖ ਦੱਸਦਾ ਹੈ। ਤੇ ਇਸ ਤੋਂ ਬਾਅਦ ਆਉਂਦਾ ਹੈ ਵੀ ਇਹ ਬਾਣੀ ਜਿਹੜੀ ਆ ਕਿ ਟੁੰਡੇ ਅਸਰਾਜ ਕੀ ਧੁਨੀ ਉਹਦੇ ਉੱਪਰ ਗਾਉਣੀ ਹੈ, ਇਹ ਹਦਾਇਤ ਕੀਤੀ ਗਈ ਹੈ। ਜਦੋਂ ਅਸੀਂ ਇਹਦਾ ਮੁੱਢਲਾ ਰੂਪ ਵੇਖਦੇ ਹਾਂ, ਜਿਹੜਾ ਮੂਲ ਮੰਤਰ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਮੂਲ ਮੰਤਰ ਸੰਪੂਰਨ ਮੂਲ ਮੰਤਰ ਇਹ ਕੁੱਲ 33 ਵਾਰ ਆਇਆ ਹੈ। ਇਸ ਦੇ ਅਸੀਂ 4 ਰੂਪ ਪੜ੍ਹਦੇ ਹਾਂ, ਇੱਕ ਸੰਪੂਰਨ ਮੂਲ ਮੰਤਰ ਤੇ 3 ਰੂਪ ਜਿਹੜੇ ਹੋਰ ਨੇ, ਇੱਕ ਓੰਕਾਰ, ਸਤਿਗੁਰ ਪ੍ਰਸਾਦ, ਇਹ 523 ਵਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਹੁੰਦਾ ਹੈ। ਤੇ ਇਸ ਤੋਂ ਬਾਅਦ ਇੱਕ ਓੰਕਾਰ, ਸਤਿਨਾਮ, ਕਰਤਾ ਪੁਰਖ, ਇਹ 9 ਵਾਰ ਹੁੰਦਾ ਹੈ। ਇੱਕ ਓੰਕਾਰ, ਸਤਿਨਾਮ, ਗੁਰ ਪ੍ਰਸਾਦ, ਇਹ 2 ਵਾਰ ਹੁੰਦਾ ਹੈ। ਕੁੱਲ ਕਹਿ ਲਈਏ 567 ਵਾਰ ਇਹ ਮੂਲ ਮੰਤਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਆਉਂਦਾ ਹੈ। ਹਰੇਕ ਰਾਗ ਤੋਂ ਪਹਿਲਾਂ ਆਰੰਭ ਹੋਣ ਤੋਂ ਪਹਿਲਾਂ ਸੰਪੂਰਨ ਮੂਲ ਮੰਤਰ ਜਿਹੜਾ ਉਹ ਦਰਜ ਕੀਤਾ ਗਿਆ ਹੈ। ਤੇ ਬਾਕੀ ਜਦੋਂ ਵੀ ਕੋਈ ਬਾਣੀ ਆਰੰਭ ਹੁੰਦੀ ਹੈ ਉਹਦੇ ਉੱਪਰ ਜਿਹੜੇ ਮੂਲ ਮੰਤਰ ਦੇ ਕਹਿ ਲਈਏ ਕਿ ਉਹ ਅਲੱਗ-ਅਲੱਗ ਰੂਪ ਨੇ ਜਿਹੜੇ ਉਹ ਦਰਜ ਕੀਤੇ ਗਏ ਹਨ। ਕਿਸੇ ਥਾਂ ਇੱਕ ਓੰਕਾਰ, ਸਤਿਗੁਰ ਪ੍ਰਸਾਦ, ਕਿਸੇ ਥਾਂ ਇੱਕ ਓੰਕਾਰ, ਸਤਿਨਾਮ, ਕਰਤਾ ਪੁਰਖ, ਗੁਰ ਪ੍ਰਸਾਦ। ਇਹ ਜਿਹੜੇ ਰੂਪ ਨੇ ਕਿ ਮੂਲ ਮੰਤਰ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਆਏ ਹਨ। ਇਸ ਦੇ ਮੁੱਢ ਦੇ ਵਿੱਚ ਜਿਹੜਾ ਦਰਜ ਕਰਨ ਦਾ ਇੱਕੋ ਆਧਾਰ ਰਹਿੰਦਾ ਹੈ ਕਿ ਹਰੇਕ ਰਾਗ 31 ਰਾਗ ਨੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ। ਹਰੇਕ ਰਾਗ ਤੋਂ ਪਹਿਲਾਂ ਇੱਕ ਅਕਾਲ ਪੁਰਖ ਦੀ ਹਸਤੀ ਦੇ ਬਾਰੇ ਜਿਹੜਾ ਇਹ ਜਿਹੜੀ ਮੁਕੰਮਲ ਸਾਡੇ ਕੋਲੇ ਗੁਣਾ ਭਰਿਆ ਜਿਹੜਾ ਛੋਟੇ ਸ਼ਬਦਾਂ ਦੇ ਵਿੱਚ ਅਕਾਲ ਪੁਰਖ ਦੀ ਸਮਝ ਵਾਲਾ ਰੂਪ ਉਹ ਦਰਜ ਕੀਤਾ ਜਾਂਦਾ ਵੀ ਇਸ ਨੂੰ ਆਧਾਰ ਬਣਾ ਕੇ ਇਹ ਸ਼ਖਸੀਅਤ ਜਿਹੜੀ ਆ ਇਹ ਗੁਣ ਨੇ ਜਿਹੜੇ ਇਹਨੂੰ ਸਾਹਮਣੇ ਰੱਖ ਕੇ ਫਿਰ ਇਹ ਸਾਰੀ ਬਾਣੀ ਤੁਸੀਂ ਵਿਚਾਰ ਕਰਨੀ ਹੈ। ਤੇ ਇਹ ਜਦੋਂ ਅਸੀਂ ਪੜ੍ਹਦੇ ਹਾਂ ਇਸ ਨੂੰ ਧਿਆਨ ਦੇ ਨਾਲ, ਭਾਵੇਂ ਕਿ ਜਪਜੀ ਜੀ ਸਾਹਿਬ ਸਭ ਤੋਂ ਪਹਿਲੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਉਸ ਤੋਂ ਪਹਿਲਾਂ ਜਪ ਬਾਣੀ ਤੋਂ ਪਹਿਲਾਂ ਮੂਲ ਮੰਤਰ ਹੈ ਤੇ ਇਸ ਤੋਂ ਬਾਅਦ ਲਗਾਤਾਰ। ਤੇ ਆਹ ਬਾਣੀ ਜਿਹੜੀ ਆਪਾਂ ਆਪ ਜੀ ਦੇ ਨਾਲ ਸਾਂਝੀ ਕਰ ਰਹੇ ਹਾਂ, ਇਸ ਦੇ ਵਿੱਚ ਸਭ ਤੋਂ ਜਦੋਂ ਅਸੀਂ ਵਿਚਾਰ ਕਰਦੇ ਹਾਂ ਤੇ ਭਾਵੇਂ ਕਿ ਵਿਚਾਰ ਸਾਨੂੰ ਸਮਝ ਲੱਗਦੀ ਹੈ ਕਿ ਫਿਰ ਵੀ ਪਤਾ ਨਹੀਂ ਕਿਉਂ ਵੀ ਸਾਨੂੰ ਬੜੇ ਭਰਮ ਭੁਲੇਖੇ ਪਰਮਾਤਮਾ ਦੇ ਬਾਰੇ, ਉਸ ਦੀ ਹਸਤੀ ਦੇ ਬਾਰੇ ਪਾਏ ਜਾਂਦੇ ਹਨ। ਸੋ ਅੱਜ ਕੋਸ਼ਿਸ਼ ਕਰਾਂਗੇ ਇਸ ਮੂਲ ਮੰਤਰ ਦੀ ਜਿਹੜੀ ਵਿਚਾਰ ਉਹ ਆਪ ਜੀ ਦੇ ਨਾਲ ਸਾਂਝੀ ਕੀਤੀ ਜਾ ਸਕੇ। ਇੱਕ ਓੰਕਾਰ, ਜਿਹੜਾ ਇਹ ਰੂਪ ਹੈ ਜਿਹੜਾ ਅਸੀਂ ਦੇਖਦੇ ਹਾਂ ਕਿ ਇਹਦੇ ਵਿੱਚ ਏਕਾ ਪਾ ਕੇ ਤੇ ਊੜੇ ਦਾ ਮੂੰਹ ਖੁੱਲਾ ਰੱਖ ਕੇ ਜਿਹੜਾ ਇਹ ਲਿਖਿਆ ਗਿਆ ਹੈ, ਇਹ ਰੂਪ ਹੈ ਮੂਲ ਮੰਤਰ ਦਾ। ਤੇ ਇਸ ਦਾ ਅਰਥ ਜਿਹੜੇ ਬਣਦੇ ਨੇ ਕਿ ਪਰਮਾਤਮਾ ਇੱਕ ਹੈ ਤੇ ਸਰਬ ਵਿਆਪਕ ਹੈ। ਇਹ ਜਿਹੜੀ ਗੱਲ ਕਹਿਣੀ ਇਹ ਗੁਰੂ ਨਾਨਕ ਪਾਤਸ਼ਾਹ ਨੇ ਉਚਾਰਨ ਕੀਤਾ ਹੋਇਆ ਮੂਲ ਮੰਤਰ। ਇੱਕ ਜਿਹੜਾ ਅਕਾਲ ਪੁਰਖ ਹੈ ਇਹ ਇੱਕ ਹੀ ਹੈ ਤੇ ਸਾਰੇ ਪਾਸੇ ਵਸਿਆ ਹੋਇਆ ਹੈ, ਵਿਆਪਕ ਹੈ। ਤੇ ਇੱਕ ਜਿਹੜਾ ਕਹਿ ਕੇ ਏਕਾ ਹੀ ਕਹਿਣਾ ਇਹ ਬੜੀ ਵੱਡੀ ਗੱਲ ਸੀ। ਭਾਵੇਂ ਜੇ ਅੱਜ ਦੇ ਸਮਾਜ ਦੇ ਵਿੱਚ ਗੱਲ ਕਰੀਏ, ਉਹਨਾਂ ਨੇ ਇੰਨੇ 100 ਸਾਲ ਪਹਿਲਾਂ ਹੀ ਗੱਲ ਕਹਿ ਦਿੱਤੀ। ਜੇ ਅੱਜ ਇਸੇ ਗੱਲ ਨੂੰ ਅਸੀਂ ਪ੍ਰਚਾਰਦੇ ਹਾਂ ਵੀ ਇੱਕੋ ਇੱਕ ਅਕਾਲ ਪੁਰਖ ਹੈ ਜਿਹੜਾ ਸਾਰੇ ਪਾਸੇ ਵਸਿਆ ਹੋਇਆ ਹੈ, ਵਿਆਪਕ ਹੈ, ਜਿਸ ਨੂੰ ਅਸੀਂ ਆਰਾਧਨਾ ਹੈ, ਜਿਸ ਦੇ ਨਾਲ ਅਸੀਂ ਸਾਂਝ ਪਾਉਣੀ ਹੈ। ਕਿਉਂਕਿ ਜੇ ਸਮਾਜ ਦੇ ਵਿੱਚ ਵੇਖੀਏ ਜਿਹੜੇ ਰਾਜਨੀਤਿਕ ਲੋਕ ਉਹਨਾਂ ਨੇ ਸਮਾਜ ਦੇ ਲੋਕਾਂ ਦੇ ਨਾਲ ਧੱਕਾ ਕੀਤਾ ਹੈ। ਜੇ ਹੋਰ ਜਿਹੜੇ ਆਪਣੇ ਆਪ ਨੂੰ ਵੱਡੇ ਸਮਝਦੇ ਲੀਡਰ ਸਮਝਦੇ ਸੀਗੇ ਉਹਨਾਂ ਨੇ ਆਮ ਜਨਤਾ ਦੇ ਨਾਲ ਧੱਕਾ ਹੀ ਕੀਤਾ। ਉਹਦੇ ਵਿੱਚ ਭਾਵੇਂ ਕਿ ਜੋਗੀ ਹੋਣ, ਬ੍ਰਾਹਮਣ ਹੋਣ ਤੇ ਧਾਰਮਿਕ ਲੋਕ ਇਹ ਵੀ ਹਨ। ਤੇ ਇਹਨਾਂ ਦੇ ਵਿੱਚ ਇਹ ਵੀ ਭੁਲੇਖਾ ਪਾਇਆ ਗਿਆ ਵੀ ਰੱਬ ਜਿਹੜਾ ਉਹ 33 ਕਰੋੜ ਦੇਵੀ ਦੇਵਤਾ ਹੈ, ਉਹਨੂੰ ਤੁਸੀਂ ਖੁਸ਼ ਕਰਨਾ ਹੈ। ਪਾਤਸ਼ਾਹ ਨੇ ਉਹ ਸਾਰੇ ਜਦੋਂ ਅਸੀਂ ਇਹ ਵੇਖਦੇ ਹਾਂ ਇੱਕ ਹੋਰ ਸਾਡੇ ਸਮਾਜ ਦੇ ਵਿੱਚ ਦਰਖਤਾਂ ਦੀ ਪੂਜਾ, ਹਵਾ ਦੀ ਪੂਜਾ, ਬਬਲ ਪੂਜਾ ਕਹਿ ਦਿੰਦੇ ਆ,
ਦੀ ਪੂਜਾ, ਪਤਾ ਨਹੀਂ ਕਿੰਨਾ ਕਿੰਨਾ ਕੁਛ ਵੇਖਦੇ ਆ ਵੀ ਇਹ ਸਾਰੇ ਜਦੋਂ ਅਸੀਂ ਇਹਨਾਂ ਦੇ ਦੇਖਦੇ ਆਗੇ ਵੀ ਇਹ ਪੂਜਾ ਕਿੱਥੋਂ ਆਰੰਭ ਹੋਈ ਹੈ। ਇੱਕ ਅਕਾਲ ਪੁਰਖ, ਅਕਾਲ ਤੋਂ ਭਾਵ ਜਿਹੜਾ ਸਮੇਂ ਤੋਂ ਲੈ ਕੇ ਜਿਹੜਾ ਸਮੇਂ ਦੇ ਵਿੱਚ ਨਹੀਂ ਹੁੰਦਾ, ਅਕਾਲ ਪੁਰਖ ਜਿਹੜਾ ਹੈ ਉਹ ਸਮੇਂ ਦੇ ਪ੍ਰਭਾਵ ਤੋਂ ਦੂਰ ਹੈ। ਤੇ ਜਿਹੜੀ ਪੂਜਾ ਕੀਤੀ ਜਾਂਦੀ ਹੈ, ਹਵਾ ਦੀ ਕੀਤੀ ਜਾਂਦੀ ਹੈ, ਪਾਣੀ ਦੀ ਪੂਜਾ ਕੀਤੀ ਜਾਂਦੀ ਹੈ, ਇਹ ਸਾਰੀਆਂ ਸਾਡੀਆਂ ਸਮਾਜ ਦੇ ਵਿੱਚ ਲੋੜਾਂ ਸਨ। ਤੇ ਲੋਕ ਇਹ ਤੋਂ ਬਾਅਦ ਜਦੋਂ ਉਹਨਾਂ ਦਾ ਤਬਾਹੀ ਵਾਲਾ ਰੂਪ ਵੇਖਿਆ, ਫਿਰ ਉਹਨਾਂ ਤੋਂ ਲੋਕ ਡਰਨ ਲੱਗੇ। ਪਹਿਲਾਂ ਲੋੜ ਸੀ, ਲੋੜ ਕਰਕੇ ਲੋਕੀ ਪੂਜਾ ਕਰਦੇ ਸਨ। ਜਦੋਂ ਉਹਨਾਂ ਦਾ ਭਿਆਨਕ ਰੂਪ ਵੇਖਿਆ, ਕੋਈ ਹੜ੍ਹ ਆਉਣਾ, ਕੋਈ ਪਾਣੀ ਚੜ੍ਹ ਕੇ ਆਉਣਾ, ਫਿਰ ਉਹਨਾਂ ਤੋਂ ਡਰਨ ਲੱਗੇ। ਅੱਗ ਲੱਗਣੀ ਜੰਗਲ ਦੇ ਵਿੱਚ, ਫਿਰ ਉਹਨਾਂ ਡਰਦੇ ਹੋਏ ਫਿਰ ਪੂਜਾ ਕਰਨੀ ਉਹਨਾਂ ਦੀ ਸ਼ੁਰੂ ਕਰ ਦਿੱਤੀ। ਭਾਵ ਕਹਿਣ ਦਾ ਇਹ ਡਰ ਦੇ ਲੋੜ ਦੇ ਵਿੱਚੋਂ ਪੂਜਾ ਆਰੰਭ ਹੋਈ। ਤੇ ਜਦੋਂ ਜਿਹੜੇ ਵਿਚਾਰਵਾਨ ਸਨ, ਜਿਹੜੇ ਸਮਝਦਾਰ ਸਨ, ਉਹਨਾਂ ਨੇ ਦੱਸਿਆ ਕਿ ਜਿਹੜੀ ਅਸੀਂ ਇਹ ਜਿਹੜੀਆਂ ਪੂਜਣ ਦਾ ਵਿਸ਼ਾ ਨਹੀਂ, ਇਹ ਵਰਤਣ ਦਾ ਵਿਸ਼ਾ ਹੈ। ਅਕਾਲ ਪੁਰਖ ਨੂੰ ਸਮਝਣਾ ਹੈ, ਅਸੀਂ ਇਹਨਾਂ ਨੂੰ ਪੂਜਣਾ ਨਹੀਂ। ਹੌਲੀ ਜਦੋਂ ਬੰਦਾ ਜਿਉਂ-ਜਿਉਂ ਪੜ੍ਹਦਾ ਗਿਆ, ਉਹਨੂੰ ਪਤਾ ਲੱਗਿਆ ਕਿ ਸਾਰੀ ਸ੍ਰਿਸ਼ਟੀ, ਸਾਰੇ ਪਾਸੇ ਜਿਹੜਾ ਅਕਾਲ ਪੁਰਖ ਉਹ ਆਪ ਵਸਿਆ ਹੋਇਆ ਤੇ ਸਾਰੇ ਸਮਾਜ ਨੂੰ ਉਹ ਚਲਾ ਰਿਹਾ ਹੈ। ਤੇ ਇਹਦੀ ਗੱਲ ਜਿਹੜੀ ਆ ਕਿ ਬੜੇ ਤਰੀਕੇ ਦੇ ਨਾਲ, ਭਾਵੇਂ ਕਿ ਭਗਤ ਸਾਹਿਬਾਨ ਜਿਹੜੇ ਬਾਬਾ ਫਰੀਦ ਜੀ, ਕਬੀਰ ਜੀ ਹੋ ਗਏ, ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਸਾਰਿਆਂ ਨੇ ਪ੍ਰਚਾਰਿਆ, ਬਹੁਤ ਜ਼ੋਰ ਲਾਇਆ, ਪਰ ਜਿੰਨੇ ਕਹਿ ਲਈਏ ਕਿ ਜ਼ੋਰ ਸ਼ੋਰ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਨੇ ਪ੍ਰਚਾਰ ਕੀਤਾ ਤੇ ਉਹਨਾਂ ਦੀ ਜਿਹੜੀ ਮਿਸਾਲ ਆ ਬੇਮਿਸਾਲ ਹੈ। ਉਹਨਾਂ ਦਾ ਕਹਿ ਲਈਏ ਕਿ ਜਿਹੜੀ ਉਹਨਾਂ ਨੇ ਗੱਲ ਕਰੀ ਆ ਕਿ ਸਮਾਜ ਦੇ, ਕਿਉਂਕਿ ਉਹ ਆਪਣੇ ਕਹਿ ਲਈਏ ਕਿ ਜਿਹੜੀ ਸਮਾਜ ਦੇ ਵਿੱਚ ਗੱਲ ਸੁਣੀ ਜਾਂਦੀ ਸੀਗੀ, ਇਹ ਪ੍ਰਭਾਵ ਬੜਾ ਸੀ ਉੱਚੀ ਨੀਵੀਂ ਜਾਤ ਦਾ। ਗੁਰੂ ਨਾਨਕ ਪਾਤਸ਼ਾਹ ਭਾਵੇਂ ਕਿ ਥੋੜੇ ਉੱਚੇ ਖਾਨਦਾਨ ਵਿੱਚੋਂ ਹੋਣ ਕਰਕੇ, ਗੁਰਬਾਣੀ ਦੀ ਸਮਝ ਹੋਣ ਕਰਕੇ ਉਹਨਾਂ ਦੀ ਗੱਲ ਲੋਕ ਬੜੀ ਜਲਦੀ ਸੁਣਨਾ ਸ਼ੁਰੂ ਕਰ ਦਿੱਤੀ ਉਹਨਾਂ ਦੀ। ਭਾਵੇਂ ਕਿ ਜੇ ਕਹਿ ਲਈ ਉਹਨਾਂ ਦਾ ਵਿਰੋਧ ਵੇਖੀਏ ਵੀ ਬੜਾ ਝਗੜਾ ਪਿਆ, ਭਾਈ ਮਰਦਾਨੇ ਨੂੰ ਆਪਣਾ ਸਾਥੀ ਬਣਾਉਣਾ, ਨੀਵੀਂ ਜਾਤ ਵਾਲੇ ਨੂੰ ਬੜਾ ਉਹਨਾਂ ਨੂੰ ਕਠਿਨਾਈਆਂ ਦਾ, ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਦੇ ਬਾਵਜੂਦ ਉਹਨਾਂ ਨੇ ਜਿਹੜਾ ਪ੍ਰਚਾਰ ਕੀਤਾ, ਇੱਕ ਓੰਕਾਰ ਵੀ ਅਕਾਲ ਪੁਰਖ ਇੱਕੋ ਹੈ, ਸਾਰੇ ਪਾਸੇ ਵਿਆਪਕ ਹੈ। ਤੇ ਹੁਣ ਕਈ ਵਾਰ ਇਹ ਗੱਲ ਆਉਂਦੀ ਹੈ ਵੀ ਸਿੱਖ ਜਿਹੜੇ ਨੇਗੇ ਉਹ ਵੀ ਇੱਕ ਅਕਾਲ ਪੁਰਖ ਨੂੰ ਮੰਨਦੇ ਨੇਗੇ, ਤੇ ਜਿਹੜੇ ਮੁਸਲਮਾਨ ਨੇ ਉਹ ਵੀ ਇੱਕ ਅਕਾਲ ਪੁਰਖ ਨੂੰ ਮੰਨਦੇ ਨੇ, ਇੱਕ ਪਰਮਾਤਮਾ ਨੂੰ ਮੰਨਦੇ ਨੇ। ਜਦੋਂ ਤੁਸੀਂ ਵੇਖੋਗੇ ਅਲੱਗ-ਅਲੱਗ ਸਮਾਜ ਦੇ ਵਿੱਚ ਮੁਸਲਮਾਨ ਭਾਵੇਂ ਇੱਕ ਪਰਮਾਤਮਾ ਨੂੰ ਮੰਨਦੇ ਨੇ, ਪਰ ਉਹ ਮੰਨਦੇ ਸਿਰਫ ਤੇ ਸਿਰਫ ਮੱਕੇ ਦੇ ਵਿੱਚ ਹਨ, ਕਾਬੇ ਦੇ ਵਿੱਚ। ਉੱਥੇ ਹੀ ਪਰਮਾਤਮਾ ਦਾ ਵਾਸਾ ਜਿਹੜਾ ਮੰਨਦੇ ਨੇ, ਉਹਨਾਂ ਦਾ ਮੰਨਣਾ ਵੀ ਇੱਥੇ ਆ ਕੇ ਤਾਈਓ ਤਾਂ ਜਿਹੜੇ ਹੱਜ ਕਰਦੇ ਵਾਸਤੇ ਉੱਥੇ ਲੋਕ ਜਾਂਦੇ ਨੇ, ਉਸੇ ਪਾਸੇ ਮੂੰਹ ਕਰਕੇ ਨਮਾਜ਼ ਪੜ੍ਹੀ ਜਾਂਦੀ ਹੈ। ਇਹੀ ਭੁਲੇਖਾ ਕਰਿਆ, ਉੱਥੇ ਜਾ ਕੇ ਇੱਕ ਮੰਨਦੇ ਨੇ, ਪਰ ਜਿਹੜਾ ਰੱਬ ਮੰਨਦੇ ਨੇ ਸਿਰਫ ਮੱਕੇ ਦੇ ਵਿੱਚ ਹੀ ਮੰਨਦੇ ਨੇ। ਤੇ ਜਿਹੜੇ ਹਿੰਦੂ ਹਨ ਉਹ ਮੂਰਤੀ ਦੇ ਵਿੱਚ ਮੰਨਦੇ ਨੇ, ਉਹ ਜਗਨਨਾਥਪੁਰੀ ਉੱਥੇ ਮੰਨਦੇ ਨੇ। ਤੇ ਪਾਤਸ਼ਾਹ ਨੇ ਜਿਹੜਾ ਅਸੀਂ ਭਗਤ ਕਬੀਰ ਜੀ ਦਾ ਸ਼ਬਦ ਪੜ੍ਹਦੇ ਬੜੇ ਪਿਆਰ ਦੇ ਨਾਲ, ਉਹਨਾਂ ਨੇ ਕਿਹਾ ਜੇ ਤੁਸੀਂ ਰੱਬ ਨੂੰ ਸਿਰਫ ਇੱਕ ਜਗ੍ਹਾ ਤੇ ਨਿਸ਼ਚਿਤ ਕਰ ਦਵੋਗੇ, ਬਾਕੀ ਸਮਾਜ ਕਿਵੇਂ ਚੱਲਦਾ ਹੈ। अल्लाह एक मसीह बस्त है, अबर मुल्क किशकेरा, हिंदू मूर्त नाम निवासी दो में तत ना हेरा। अकाल पुरख इको ही है। जे तुसी कहंदे उत्थे रहना, फिर बाकी समाज किहड़े आसरे चलदा है भाई। जेड़ा अकाल वो सारे पासे व्यापक है, जेड़ा सिख है वो सारे पासे व्यापक मानता है। जे कोई असीं दूजे धर्म की किसी की गल करते हैं, उन्हां दी निश्चित थां ते मन्निया जाता है, निश्चित जगह ते मन्निया जाता है, जब थोड़ी दायरा उन्हां दा बन्निया होया है। गुरबाणी नूं पढ़ो तुसीं, गुरबाणी दे विच पातशाह ने बार-बार ये जिक्र कीता है, वो जेड़ा परमात्मा है हर थां ते वसिया होया है। घट-घट में हजू वसिया ते होर शब्द पढ़ दियांगे, जेड़ा नाम जेड़ा हर थां ते रमिया होया है। एक ओंकार, अगर एक ओंकार एको एक आकार पुरख है, हर थां व्यापक है। अते कहते ने सतनाम, उदा नाम जेड़ा वो सच है, सदा रहने वाला है। वो इस तरह नहीं है कि जे हुण दे समाज दे विच उहनूं याद करके लोकी अगे उहदा नाम भुला देणगे। भावें असीं अपने समाज दे विच वेखदे हां, जे कोई किसी का जन्म होंदा है, थोड़े समय के बाद ਉਹਦਾ ਜਿਹੜਾ ਨਾਮ ਭੁੱਲ ਜਾਂਦੇ ਆ, पर एको एक
ਕੀ ਸੀ ਜਾਂ ਉਹਨੂੰ ਅਸੀਂ ਕਦੇ ਯਾਦ ਨਹੀਂ ਕਰਨਾ, ਇਹ ਸਮਾਂ ਨਹੀਂ ਆਉਣਾ। ਉਹ ਉਸਦਾ ਨਾਮ ਹਮੇਸ਼ਾ ਹੀ ਰਹਿਣਾ ਹੈ, ਸਤ ਉਹਦਾ ਨਾਮ ਸੱਚਾ ਹੀ ਰਹਿਣਾ, ਸਦਾ ਹੀ ਰਹਿਣਾ ਹੈ। ਕਰਤਾ ਪੁਰਖ ਤੇ ਉਹ ਸਭ ਕੁਝ ਕਰਨ ਦੇ ਸਮਰੱਥ ਹੈ। ਜੋ ਕੁਝ ਵੀ ਆਲੇ ਦੁਆਲੇ ਬਨਸਪਤੀ ਸਾਜੀ ਹੈ, ਚੰਦ ਸੂਰਜ, ਇਹ ਇੱਕ ਨਿਯਮ ਦੇ ਆਧਾਰ ਤੇ ਖੜੇ ਹਨ। ਜਿਸ ਨੂੰ ਅਸੀਂ ਦੇਖੀਏ ਜੇ ਇਹ ਹਰ ਇਹਦੇ ਵਿੱਚ ਇੱਕ ਕੁਦਰਤ ਦਾ, ਪਰਮਾਤਮਾ ਦਾ ਇੱਕ ਨਿਯਮ ਕੰਮ ਕਰਦਾ ਹੈ, ਜਿਸ ਦੇ ਸਹਾਰੇ ਇਹ ਸਾਰੀ ਜਿਹੜੀ ਸ੍ਰਿਸ਼ਟੀ ਖੜੀ ਹੈ। ਹੋਰ ਪਤਾ ਨਹੀਂ ਕਿੰਨੇ ਹੀ ਗ੍ਰਹਿ ਹਨ ਜਿਹੜੇ ਜੇ ਉਹ ਇੱਕ ਥਾਂ ਇਕੱਠੇ ਹੋਣਗੇ ਜਾਂ ਉਹ ਕਿੰਨਾ ਨੁਕਸਾਨ ਹੋ ਸਕਦਾ, ਵੀ ਕਿਸ ਤਰ੍ਹਾਂ ਉਹ ਖੜੇ ਨੇ, ਹਵਾ ਦੇ ਵਿੱਚ ਖੜੇ ਨੇ, ਤੇ ਉਹ ਸਾਰੇ ਦਾ ਕਰਤਾ ਕੌਣ ਹੈ? ਇੱਕੋ ਇੱਕ ਅਕਾਲ ਪੁਰਖ ਹੈ, ਜਿਹੜਾ ਜਿਸ ਨੂੰ ਬਾਣੀ ਨੇ ਜਿਹੜਾ ਸਰਬ ਵਿਆਪਕ ਮੰਨਿਆ ਹੈ, ਤੇ ਉਹਦੀ ਹਸਤੀ ਜਿਹੜੀ ਹੈ, ਉਹਦਾ ਨਾਮ ਵੀ ਸਦਾ ਰਹਿਣ ਵਾਲਾ ਹੈ, ਤੇ ਕਰਤਾ ਪੁਰਖ ਹੈ। ਉਹ ਸਭ ਕੁਝ ਕਰਨ ਵਾਲਾ ਹੈ, ਕਿਸੇ ਦਾ ਮੁਹਤਾਜ ਨਹੀਂ। ਹੁਣ ਜੇ ਅਸੀਂ ਸਮਝੀਏ ਵੀ ਬਾਣੀ ਨੇ ਜਿਹੜਾ ਉਹ ਦੱਸਦਾ ਦਿੱਤਾ ਹੈ, ਹੁਣ ਰੱਬ ਦੀ ਹਸਤੀ ਦੱਸ ਰਹੇ ਨੇ ਮੂਲ ਮੰਤਰ ਦੇ ਵਿੱਚ, ਤੇ ਇਹੀ ਗੁਣ ਜਿਹੜੇ ਨੇ ਇਹ ਸਿੱਖ ਨੇ ਜਿਹੜੇ ਇੱਥੋਂ ਦੇ ਜੀਵ ਨੇ ਗਏ, ਇਕੱਲੇ ਸਿੱਖਾਂ ਵਾਸਤੇ ਬਾਣੀ ਨਹੀਂ, ਬਾਣੀ ਸਾਰਿਆਂ ਵਾਸਤੇ ਸਾਂਝੀ ਹੈ। ਉਪਦੇਸ਼ ਕਿਉਂ ਕਰਨਾ ਕੋ ਸਾਂਝਾ ਹੈ, ਕੋਈ ਵੀ ਆਪਣਾ ਜਿਹੜਾ ਅਪਣਾ ਸਕਦਾ ਹੈ, ਕੋਈ ਵੀ ਉਸ ਨੂੰ ਜਿਹੜੇ ਬਾਣੀ ਨੂੰ ਪੜ੍ਹ ਕੇ ਆਪਣੇ ਜੀਵਨ ਦਾ ਆਧਾਰ ਬਣਾ ਸਕਦਾ ਹੈ। ਤੇ ਜੋ ਵੀ ਹੁਣ ਇਹ ਮੂਲ ਮੰਤਰ ਜਿਹੜਾ ਹੈਗਾ, ਇੱਕੋ ਓਂਕਾਰ ਹੈ, ਵੀ ਜਿਹੜੇ ਮਨੁੱਖ ਨੇ ਉਹ ਇੱਕ ਹੋ ਕੇ ਰਹਿਣਾ ਹੈ, ਕਿਸੇ ਦੇ ਨਾਲ ਭੇਦਭਾਵ ਜਦੋਂ ਆਪਣੇ ਅੰਦਰੋਂ ਇੱਕ ਹੋਏਗਾ, ਫਿਰ ਜਿਹੜਾ ਦੁੱਧਾ ਦੇ ਵਿੱਚ ਨਹੀਂ ਫਸੇਗਾ। ਜੇ ਕਹਿ ਆਪਾਂ ਹੁਣ ਜੇ ਪਾਰ ਹੋਣਾ ਤਾਂ ਇੱਕ ਤੇ ਜਿਹੜਾ ਭਰੋਸਾ ਰੱਖਣਾ ਬੜਾ ਜ਼ਰੂਰੀ ਹੈ। ਜੇ ਬੰਦਾ ਹੁਣ ਪਾਰ ਕਰਨਾ ਸਮੁੰਦਰ ਨੂੰ ਦੋ ਜਿਹੜੇ ਬੇੜੀਆਂ ਦੇ ਵਿੱਚ ਪੈਰ ਰੱਖੇਗਾ, ਉਹਦੇ ਨਾਲ ਪਾਰ ਨਹੀਂ ਹੋਇਆ ਜਾਣਾ। ਇਹ ਗੁਣ ਲੈਣਾ ਜਿਹੜਾ ਬਾਣੀ ਦੇ ਵਿੱਚ ਦਿੱਤਾ ਗਿਆਗਾ, ਵੀ ਅਸੀਂ ਇੱਕ ਹੋ ਕੇ ਇੱਕ ਅਕਾਲ ਪੁਰਖ ਤੇ ਆਸਰਾ ਲੈ ਕੇ ਉਹਦੇ ਨਾਲ ਪਾਰ ਹੋਣਾ ਹੈ। ਤੇ ਇੱਕ ਜਿਹੜਾ ਸਤਿਨਾਮ ਉਹਦਾ ਹੀ ਰਹਿੰਦਾ ਹੈ, ਜਿਹਦੇ ਅੰਦਰ ਇਹ ਗੁਣ ਹੋਣਗੇ, ਤੇ ਸਦੀਆਂ ਤੱਕ ਜੇ ਕਿਸੇ ਦਾ ਨਾਮ ਰਹਿੰਦਾ ਹੈ, ਜੇ ਅਸੀਂ ਸਿੱਖ ਸਹਿਬਾਨਾਂ ਦਾ ਕਹਿ ਲਈਏ, ਭਾਈ ਤਾਰੂ ਸਿੰਘ ਵਰਗਿਆਂ ਦਾ, ਇਹਨਾਂ ਦਾ ਨਾਮ ਕਿੱਥੋਂ ਤੱਕ, ਉਹਨਾਂ ਦਾ ਜਨਮ ਕਦੋਂ ਹੋਇਆ, ਕਦੋਂ ਵੀ ਗੁਰੂ ਸਾਹਿਬਾਨਾਂ ਦੇ ਨਾਲ ਰਹਿਣ ਵਾਲੇ ਸਿੱਖ ਵੀ ਕਿੰਨੇ ਸੌ ਸਾਲ ਪਹਿਲਾਂ ਹੋਏ ਨੇ, ਨਾਮ ਉਹਨਾਂ ਦਾ ਵੀ ਇਹ ਹੈ। ਉਹਨਾਂ ਨੇ ਕਿਉਂਕਿ ਉਹ ਜਿਹੜੇ ਗੁਣ ਨੇ ਪਰਮਾਤਮਾ ਵਾਲੇ ਉਹ ਆਪਣੇ ਜੀਵਨ ਦੇ ਵਿੱਚ ਲੈ ਕੇ ਆਉਂਦੇ ਨੇ, ਤਾਂ ਹੀ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ। ਕਰਤਾ ਪੁਰਖ ਵੀ ਜੇ ਪਰਮਾਤਮਾ ਸਭ ਕੁਝ ਕਰਨ ਦੇ ਸਮਰੱਥ ਹੈ, ਬੰਦਾ ਵੀ ਉਹ ਡਿਪੈਂਡ ਹੈ ਵੀ ਮੇਰਾ ਪਰਮਾਤਮਾ ਜੀ ਤੁਸੀਂ ਆਹ ਕੰਮ ਕਰਦੇ ਹੋ, ਵੀ ਤੁਸੀਂ ਆਹ ਕੰਮ ਕਰਦੇ ਹੋ, ਵੀ ਮੈਨੂੰ ਹੱਥ ਨਾਲ ਲਾਉਣਾ ਪਵੇ, ਵੀ ਤੁਸੀਂ ਆਪਣੀ ਜ਼ਿੰਮੇਵਾਰੀ ਆਪ ਚੁੱਕੋ। ਕਰਤਾ ਪੁਰਖ ਜੇ ਪਰਮਾਤਮਾ ਹੈ, ਉਹ ਸਭ ਕੁਝ ਕਰਨ ਦੇ ਸਮਰੱਥ ਹੈ। ਬੰਦਾ ਕਿਉਂ ਕਹਿੰਦਾ ਵੀ ਮੈਂ ਕੁਝ ਕਰ ਨਹੀਂ ਸਕਦਾ, ਮੇਰੇ ਵੱਸੋਂ ਬਾਹਰ, ਤੂੰ ਮਿਹਨਤ ਦਾ ਕਰ ਭਾਈ, ਤੂੰ ਤੁਰਦਾ ਸੀ, ਤੈਨੂੰ ਕਿਹੜੀ ਚੀਜ਼ ਨਹੀਂ ਆ ਸਕਦੀ। ਜੇ ਘਰ ਦੇ ਵਿੱਚ ਹੁਣ ਜੇ ਬੀਬੀਆਂ ਕਹੀਏ ਵੀ ਸਬਜ਼ੀ ਬਣਾਉਣੀ ਸਿੱਖਣੀਆਂ, ਘਰ ਦੇ ਵਿੱਚ ਬੇਟੀ ਨੇ, ਵੀ ਜੇ ਹੁਣ ਕਹੇ ਵੀ ਮੈਨੂੰ ਨਹੀਂ ਆ ਸਕਦੀ ਕਦੇ, ਹੁਣ ਜ਼ਿਆਦਾਤਰ ਵੇਖਦੇ ਕੋਈ ਬੱਚੇ ਦਾ ਘਰ ਦਾ ਜਿਹੜਾ ਕੰਮਕਾਰ ਨਹੀਂ ਕਰਕੇ ਰਾਜੀ, ਵੀ ਜਦੋਂ ਵਿਆਹ ਕੇ ਚੱਲ ਜਾਂਦੇ ਨੇ, ਤੋਂ ਬਾਅਦ ਮੈਂ ਨਹੀਂ ਘਰੇ ਸਿੱਖਿਆ, ਮੈਂ ਨਹੀਂ ਘਰੇ ਸਿੱਖ ਸਕਦੀ, ਮੈਨੂੰ ਧਾਰਾਂ ਚੋਣੀਆਂ ਨਹੀਂ ਆ ਸਕਦੀਆਂ, ਮੈਂ ਤਾਂ ਕਦੇ ਚੋਕੇ ਵੇਖਿਆ ਨਹੀਂ। ਜਦੋਂ ਬੰਦਾ ਘਰ ਦੇ ਵਿੱਚ ਕੰਮ ਕਰੇਗਾ ਸਭ ਕੁਝ ਆ ਸਕਦਾ ਹੈ। ਡਿਪੈਂਡ ਕਿਉਂ ਹੋਣਾ, ਆਪ ਜਦੋਂ ਕਰਨ ਵਾਸਤੇ ਮਿਹਨਤ ਕਰੇਗਾ ਬੰਦਾ, ਉਹ ਸਿੱਖ ਜਾਂਦਾ ਹੈ। ਇਹੀ ਗੁਣ ਅਸੀਂ ਇਸ ਬਾਣੀ ਤੋਂ ਸਿੱਖਣਾ ਹੈ। ਕਰਤਾ ਪੁਰਖ ਨਿਰਭਉ, ਹੁਣ ਉਸ ਨੂੰ ਕਿਸੇ ਦਾ ਡਰ ਵੀ ਨਹੀਂ ਹੈ। ਉਹ ਨਿਰਭਉ ਜਿਹੜਾ ਹੈਗਾ ਉਹ ਡਰ ਤੋਂ ਰਹਿਤ ਹੈ। ਉਹਨੂੰ ਏਦਾਂ ਨਹੀਂ ਕਿਸੇ ਦਾ ਡਰ ਵੀ ਜੇ ਕਿਸੇ ਨੇ ਕੁਝ ਕਰਾ ਦੇਣਾ ਉਹਦੇ ਨਾਲ ਮੇਰਾ ਨੁਕਸਾਨ ਹੋਣਾ ਹੈ, ਜਾਂ ਕਿਸੇ ਪਾਸੇ ਜੇ ਤੂੰ ਮੱਥਾ ਨਹੀਂ ਟੇਕਿਆ ਤੇਰਾ ਆਹ ਨੁਕਸਾਨ ਹੋ ਜਾਣਾ, ਡਰ ਨਹੀਂ ਹੈ। ਉਹ ਡਰ ਅਸੀਂ ਇੱਕੋ ਇੱਕ ਅਕਾਲ ਪੁਰਖ ਦਾ ਡਰ ਜਿਹੜਾ ਆਪਣੇ ਅਦਬ ਪਿਆਰ ਦਾ ਭਾਵ ਹੁੰਦਾ। ਜਿਵੇਂ ਬੱਚੇ ਨੂੰ ਕਿਸੇ ਤੋਂ ਡਰ ਦੀ ਲੋੜ ਨਹੀਂ, ਆਪਣੇ ਮਾਂ ਪਿਓ ਦਾ ਜਿਹੜਾ ਕਹਿਣਾ ਮੰਨਣਾ, ਉਹਦਾ ਆਦਰ ਕਰਨਾ, ਇਹਨਾਂ ਦਾ ਡਰ ਜਿਹੜਾ ਹੁੰਦਾ ਨਾ, ਉਹੀ ਅਸੀਂ ਪਰਮਾਤਮਾ ਦਾ ਉਹਨਾਂ ਦਾ ਸਿਰਫ ਡਰ ਮੰਨਣਾ ਹੈ, ਵੀ ਉਹਨਾਂ ਦਾ ਜੋ ਕਹਿਣਾ ਹੈ ਅਸੀਂ ਉਹ ਮੰਨਣਾ ਹੈ। ਜਿਸ ਤਰ੍ਹਾਂ ਬੱਚਾ ਮੰਨਦਾ ਹੈ ਘਰੇ ਮਾਂ ਪਿਓ ਦਾ, ਹੋਰ ਕਿਸੇ ਏਦਾਂ ਕੋਈ ਤਾਕਤ ਹੁੰਦੀ ਹੈ, ਕੋਈ ਕੁਛ ਕਰਾ ਦਿੰਦਾ ਹੈ, ਕੋਈ ਟੂਣਾ ਟੱਪਾ ਕਰਾ ਦਿੰਦਾ ਹੈ, ਕਿਸੇ ਦਾ ਡਰ ਨਹੀਂ। ਅਸੀਂ ਡਰ ਤੋਂ ਰਹਿਤ ਹੋ ਕੇ ਇੱਕੋ ਇੱਕ ਅਕਾਲ ਪੁਰਖ ਦੇ ਆਸਰਾ ਰੱਖ ਕੇ ਜ਼ਿੰਦਗੀ ਜਿਉਣੀ ਹੈ। ਤੇ ਜ਼ਿਆਦਾਤਰ ਵੇਖੀਏ ਜੇ ਉਹਦਾ ਡਰ ਦੂਰ ਕਰਨ ਵਾਲਾ ਹੈ ਅਕਾਲ ਪੁਰਖ ਪਰਮਾਤਮਾ, ਸਾਡੇ ਡਰ ਦੂਰ ਕਰਨ ਵਾਲਾ ਹੈ, ਸਾਨੂੰ ਡਰ ਦੇ ਅਧੀਨ ਨਹੀਂ। ਵੀ ਜੇ ਤੁਸੀਂ ਉੱਥੇ ਇਸ਼ਨਾਨ ਕਰੋਗੇ, ਭਾਵ ਡਰਾ ਕੇ ਸਾਡੇ ਤੋਂ ਪੂਜਾ ਕਰਾਈ ਜਾਂਦੀ ਹੈ, ਡਰਾ ਕੇ ਅਖੰਡ ਪਾਠ
करवाए जाते हैं। ਅਸੀਂ ਡਰ ਅਧੀਨ ਹੋ ਕੇ ਨਹੀਂ, ਅਸੀਂ ਅਕਾਲ ਪੁਰਖ ਨੂੰ ਰੱਬ ਨੂੰ ਪਿਆਰ ਕਰਦੇ ਹਾਂ। ਹੁਣ ਵੀ ਜੇ ਕਈ ਵਾਰ ਕਹਿੰਦੇ ਵੀ ਤੁਸੀਂ ਆਹ ਅਖੰਡ ਪਾਠ ਨਹੀਂ ਕਰਾਇਆ, ਤੁਸੀਂ ਆਹ ਕੁਝ ਨਹੀਂ ਕਰਾਇਆ, ਤੁਹਾਡਾ ਵੀ ਨੁਕਸਾਨ ਹੋ ਜਾਏਗਾ ਨਾ। ਉਹ ਰੱਬ ਦੇ ਪਿਆਰ ਕਰਦੇ ਆ, ਉਹ ਸਾਨੂੰ ਪਿਆਰ ਕਰਦਾ, ਸਾਡਾ ਨੁਕਸਾਨ ਥੋੜ੍ਹਾ ਕਰੇਗਾ। ਸਾਨੂੰ ਕਈ ਵਾਰ ਏਦਾਂ ਨਹੀਂ ਕਹਿੰਦੇ ਵੀ ਤੁਹਾਡਾ ਇਹ ਨੁਕਸਾਨ ਹੋਣਾ ਵੀ ਤੁਸੀਂ ਆ ਇੱਥੇ ਮੱਥਾ ਟੇਕਦਾ ਜਾਂ ਉੱਥੇ ਸਿਰਫ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਅਸੀਂ ਕਿਸੇ ਨੂੰ ਮੱਥਾ ਟੇਕਣਾ ਹੀ ਨਹੀਂ। ਸਾਨੂੰ ਜੇ ਇੱਦਾਂ ਕੋਈ ਕਹਿ ਦਿੰਦਾ ਕਿ ਉੱਥੇ ਵੀ ਜੇ ਮੱਥਾ ਨਹੀਂ ਟੇਕਿਆ ਤੁਹਾਡਾ ਘਰ ਦਾ ਏਦਾਂ ਆਹ ਨੁਕਸਾਨ ਹੋ ਜਾਣਾ, ਉਹ ਭਾਈ ਜੇ ਸਾਨੂੰ ਭਰੋਸਾ ਹੈ ਉਹ ਸਾਡੇ ਡਰ ਕੱਢਣ ਵਾਲਾ ਹੈ। ਉਹ ਤੋਂ ਬਗੈਰ, ਉਹਦੇ ਅਦਬ ਤੋਂ ਬਗੈਰ ਅਸੀਂ ਕਿਸੇ ਦਾ ਡਰ ਨਹੀਂ ਮੰਨਦੇ। ਅਸੀਂ ਇੱਕੋ ਇੱਕ ਅਕਾਲ ਪੁਰਖ ਦਾ ਅਦਬ ਪਿਆਰ ਉਹ ਮਨ ਦੇ ਵਿੱਚ ਰੱਖ ਕੇ ਉਹ ਚੱਲਦੇ ਹਾਂ। ਨਿਰਭਉ ਹੋ ਕੇ ਇਹ ਚੱਲਦੇ ਹਾਂ। ਤੇ ਇੱਕੋ ਇੱਕ ਅਕਾਲ ਪੁਰਖ ਜਿਹੜਾ ਉਹ ਨਿਰਭਉ ਹੈ, ਕਿਸੇ ਦਾ ਡਰ ਨਹੀਂ ਤੇ ਡਰ ਤੋਂ ਰਹਿਤ ਹੋ ਕੇ ਉਹ ਚੱਲਦਾ ਹੈ। ਨਿਰਵੈਰ ਕਹਿੰਦੇ ਨੇ ਜਿਹਦਾ ਕਿਸੇ ਦੇ ਨਾਲ ਵੈਰ ਨਹੀਂ। ਜਿਹੜਾ ਅਕਾਲ ਪੁਰਖ ਹੈ ਸਾਰਿਆਂ ਦੇ ਅੰਦਰ ਹੀ, ਵਿਆਪਕ ਹੈ ਸਾਰਿਆਂ ਦੇ ਅੰਦਰ, ਪਰ ਨਿਰਵੈਰ ਹੈ, ਕਿਸੇ ਦੇ ਨਾਲ ਉਹਦੀ ਦੁਸ਼ਮਣੀ ਨਹੀਂ, ਕਿਸੇ ਦੇ ਨਾਲ ਇਹਦਾ ਧੋਖਾ ਧੜੀ ਇਹਦਾ ਮਨ ਦੇ ਵਿੱਚ ਪਾੜ ਕੇ ਨਹੀਂ ਰੱਖਦਾ ਵੀ ਇਹ ਤਾਂ ਸਿਰ ਜਿਹੜਾ ਔਗਣਾਂ ਦੇ ਨਾਲ ਭਰਿਆ ਹੋਇਆ ਵੀ ਇਹ ਤਾਂ ਬੜੇ ਥਾਂ ਪਹਿਲਾਂ ਜਿਵੇਂ ਕਹਿ ਲਈਏ ਆਪਾਂ ਗੁਰੂ ਅੰਗਦ ਪਾਤਸ਼ਾਹ ਦੇਵੀ ਦੇਵਤੇ ਦੀ ਪਹਿਲਾਂ ਪੂਜਾ ਕਰਦੇ ਰਹੇ, ਭਾਈ ਮੰਝ ਹੋ ਗਏ ਉਹ ਪਹਿਲਾਂ ਸਗੀ ਸਰਬਰੀ ਨੂੰ ਮੰਨਦੇ ਰਹੇ। ਜੇ ਹੁਣ ਕਹਿ ਲਈਏ ਵੀ ਉਹ ਨਿਭ ਕੇ ਅਕਾਲ ਪੁਰਖ ਦੇ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਆ ਹੀ ਗਏ ਆ ਵੀ ਉਹਨੂੰ ਏਦਾਂ ਨਹੀਂ ਵੀ ਹੁਣ ਤੈਨੂੰ ਗਾਉਣ ਨਹੀਂ ਦੇਣੇ। ਤੋ ਨਿਰਵੈਰ ਜੋ ਵੀ ਸਿਰ ਝੁਕਾ ਕੇ ਅੱਜ ਵੀ ਆ ਜਾਵੇ, ਜਿਹਨੇ ਮਾਜੀ ਥਾਂ ਜਿੱਥੇ ਵੀ ਜਾਂਦਾ ਹੋਵੇ, ਜਿਹਦਾ ਵੀ ਅਦਬ ਸਤਿਕਾਰ ਉਹ ਪਹਿਲਾਂ ਭੰਗ ਦੇ ਵਿੱਚ ਹੋ ਕੇ ਕਰਦਾ ਸੀ ਤੇ ਕਰਮ ਕਾਂਡ ਕਰਦਾ ਸੀ। ਕਹਿ ਲਈਏ ਭਾਵ ਜੇ ਹੁਣ ਪਿਆਰ ਵਾਲੇ ਸਹੀ ਸਮਝ ਲੱਗ ਗਈ, ਇੱਕ ਅਕਾਲ ਪੁਰਖ ਦੀ ਅਧੀਨਗੀ ਕਬੂਲ ਨਹੀਂ ਉਸਨੇ, ਉਹਦੇ ਨਾਲ ਵੈਰ ਨਹੀਂ ਕਰੇਗਾ ਵੀ ਇਹ ਤਾਂ ਪਹਿਲਾਂ ਇਹਨੇ 10 ਸਾਲ ਉੱਧਰ ਇਹਨੇ ਖਰਾਬ ਕਰ ਲਏ, ਇਹਨੇ 15 ਸਾਲ ਤਾਂ ਹੋਰ ਪਾਸੇ ਪੂਜਾ ਕਰਦਾ ਰਿਹਾ ਵੀ ਇਹਦੀ ਮੈਂ ਇਹਨੂੰ ਜਿਹੜਾ ਬਣਦਾ ਸਰਕਾਰ ਨੇ ਦੇਣਾ ਨਹੀਂ। ਅਕਾਲ ਪੁਰਖ ਜਦੋਂ ਵੀ ਕੋਈ ਆਉਂਦਾ ਹੈ ਭਾਵਨਾ ਦੇ ਨਾਲ ਆਉਂਦਾ ਹੈ, ਪਿਆਰ ਸਤਿਕਾਰ ਲੈ ਕੇ ਆਉਂਦਾ ਹੈ, ਉਹ ਕਿਸੇ ਦੇ ਨਾਲ ਵੈਰ ਨਹੀਂ ਕਰਦਾ। ਉਹ ਸਭ ਦੀਆਂ ਜਿਹੜੀਆਂ ਕਹਿ ਲਈਏ ਆਪਾਂ ਮਨੋਕਾਮਨਾਵਾਂ ਉਹ ਸਭ ਦੀਆਂ ਪੂਰੀਆਂ ਕਰਦਾ ਹੈ। ਕਈ ਵਾਰ ਸਾਨੂੰ ਹੁੰਦਾ ਵੀ ਅਸੀਂ ਸੁੱਖਾਂ ਸੁੱਖਦੇ ਹਾਂ ਵੀ ਇਹ ਫਿਰ ਮਤਲਬ ਜੇ ਹੁਣ ਜੇ ਸੁੱਖਾਂ ਸੁੱਖ ਦਾ ਕੋਈ ਬੰਦਾ ਸਾਹਿਬ ਉਹਦੀ ਭਾਵਨਾ ਕੋਈ ਪੂਰੀ ਕਰੇਗਾ, ਬਾਕੀ ਦੇ ਰੱਬ ਵੈਰ ਕਰਦਾ ਹੈ। ਜਦੋਂ ਏਦਾਂ ਸਮਝੋ ਕਿ ਉਹ ਸਭ ਦੇ ਨਾਲ ਹੀ ਪਿਆਰ ਕਰਦਾ ਹੈ, ਸਭ ਨੂੰ ਆਪਣੀ ਮਰਜ਼ੀ ਦੇ ਨਾਲ ਧੱਕਾ ਦਿੰਦਾ ਹੈ, ਉਹ ਕਿਸੇ ਦੇ ਨਾਲ ਏਦਾਂ ਨਹੀਂ ਵੀ ਜਿਹੜਾ ਮੈਨੂੰ ਮੰਨਦਾ ਜਾਂ ਮੇਰਾ ਨਾਮ ਨਹੀਂ ਲੈਂਦਾ ਵੀ ਉਹਨੂੰ ਮੈਂ ਦਾਤ ਨਹੀਂ ਦੇਣੀ, ਉਹਨੂੰ ਅੱਖਾਂ ਨਹੀਂ ਦੇਣੀਆਂ, ਉਹਦੇ ਘਰ ਤੋਂ ਦਾਤ ਨਹੀਂ ਦੇਣੀ, ਹੋਰ ਪਤਾ ਨਹੀਂ ਕਿੰਨਾ ਕੁਝ ਆਪਾਂ ਜੋੜ ਦਿੰਦੇ ਹਾਂ। ਨਹੀਂ, ਉਹ ਸਭ ਦੇ ਨਾਲ ਹੀ ਪਿਆਰ ਕਰਦਾ ਹੈ, ਉਹ ਨਿਰਵੈਰ ਹੈ। ਇਹ ਤੋਂ ਬਾਅਦ ਕਹਿੰਦੇ ਨੇ ਅਕਾਲ ਮੂਰਤ ਤੇ ਉਹਦੇ ਉੱਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ। ਉਹਦੀ ਮੂਰਤ ਜਿਹੜੀ ਆ ਉਹ ਇਹਦਾ ਸਮੇਂ ਦੇ ਨਾਲ ਬਦਲਦਾ ਨਹੀਂ, ਸਮੇਂ ਦਾ ਪ੍ਰਭਾਵ ਨਹੀਂ। ਜੇ ਕਹਿ ਲਈਏ ਸਮਾਜ ਦੇ ਵਿੱਚ ਹਰ ਚੀਜ਼ ਜਿਹੜੀ ਸਮੇਂ ਦੇ ਅਧੀਨ ਹੈ। ਜੇ ਅਸੀਂ ਅਸੀਂ ਵੀ ਸਮੇਂ ਦੇ ਨਾਲ ਅਸੀਂ ਸਾਡੀ ਚਮੜੀਆਂ ਜਿਹੜੀ ਉਹ ਵੀ ਝੁਰੜੀਆਂ ਪੈ ਜਾਣੀਆਂ ਨੇ, ਸਾਡੇ ਜਿਹੜੇ ਕੇਸ ਨੇ ਉਹ ਹੁਣ ਕਾਲੇ ਦੇ ਹੀ ਚਿੱਟੇ ਹੋ ਜਾਣੇ ਨੇ। ਜੇ ਅਸੀਂ ਹੁਣ ਠੀਕ ਠਾਕ ਤੁਰਦੇ ਹਾਂ ਉਮਰ ਦੇ ਨਾਲ ਸਮੇਂ ਦੇ ਨਾਲ ਇਹ ਵੀ ਕਈ ਵਾਰ ਸਾਡੇ ਕਹਿ ਲਈਏ ਦੁਖਣ ਲੱਗ ਜਾਂਦੇ ਹਨ ਤੇ ਹੋਰ ਸਾਡੇ ਜਾਂ ਕੰਨ ਜਿਹੜੇ ਹੁਣ ਜੇ ਇਸ ਤਰ੍ਹਾਂ ਹੁਣ ਸੁਣ ਰਹੇ ਹੈਗਾ, ਜ਼ਰੂਰੀ ਥੋੜਾ ਵੀ ਬੁਢਾਪੇ ਤੱਕ ਇਸ ਤਰ੍ਹਾਂ ਸੁਣਦਾ ਰਹਿੰਦਾ ਹੈ। ਇਹਦੇ ਵਿੱਚ ਵੀ ਉਹ ਸਮੇਂ ਦੀ ਅਧੀਨਗੀ ਦੇ ਨਾਲ ਕਹਿ ਲਈਏ ਸਮੇਂ ਦਾ ਪ੍ਰਭਾਵ ਸਾਡੇ ਤੇ ਦਾ ਰਹਿੰਦਾ ਹੈ। ਸਿਰਫ ਤੇ ਸਿਰਫ ਅਕਾਲ ਪੁਰਖ ਹੀ ਐਸਾ ਹੈ ਜਿਹਦੇ ਸਮੇਂ ਦਾ ਪ੍ਰਭਾਵ ਨਹੀਂ, ਜਿਹੜਾ ਸਮੇਂ ਦੇ ਅਧੀਨ ਨਹੀਂ ਆਉਂਦਾ। ਜੇ ਤੁਸੀਂ ਅੱਜ ਕੋਈ ਚੀਜ਼ ਨਵੀਂ ਲੈ ਕੇ ਆਉਂਦੇ ਹੋ, ਘਰ ਦੇ ਵਿੱਚ ਗੱਡੀ ਲੈ ਕੇ ਆਉਂਦੀ ਹੈ, ਗੱਡੀ ਨੂੰ ਤੁਸੀਂ ਹੁਣ ਲੈ ਕੇ ਆਉਂਦੀ ਹੈ, ਘਰੇ ਲੈ ਆਉਂਦੀ ਤੇ ਅਗਲੇ ਦਿਨ ਜਦੋਂ ਕੋਈ ਪੁੱਛਦਾ ਹੈ ਤੁਹਾਨੂੰ ਵੀ ਗੱਡੀ ਜਿਹੜੀ ਨਵੀਂ ਲੈ ਕੇ ਆਉਂਦੀ ਹੈ, ਤੁਸੀਂ ਤੁਹਾਨੂੰ ਇਹ ਕਹਿਣਾ ਪੈਂਦਾ ਵੀ ਕੱਲ ਲੈ ਕੇ ਆਉਂਦੀ ਸੀ। ਆਪਾਂ ਇਦਾਂ ਤਾਂ ਨਹੀਂ ਕਹਿੰਦੇ ਵੀ ਹਰ ਵਕਤ ਇਹ ਤਾਂ ਨਵੀਂ ਹੈ ਗੱਡੀ, ਅੱਜ ਹੀ ਲੈ ਕੇ ਆਉਂਦੀ ਹੈ, ਅੱਜ ਹੀ ਲੈ ਕੇ ਆਉਂਦੀ। ਜਿਉਂ ਸਮਾਂ ਵਧੀ ਜਾਣਾ ਹੈ, ਕਿਤੇ ਲੰਘੀ ਜਾਣਾ, ਉਹਨੇ ਪੁਰਾਣੀ ਹੁੰਦਾ ਜਾਣਾ। ਜਦੋਂ ਚੀਜ਼ ਲੈ ਆਉਂਦੀ ਘਰੇ ਇੱਕ ਦਿਨ ਆ ਗਈ ਚਾਹੇ 2 ਦਿਨ ਆ ਗਈ, ਫਿਰ ਸਾਨੂੰ ਕਹਿਣਾ ਪੈਂਦਾ ਵੀ ਇਹ 2 ਦਿਨ ਦੀ ਚੀਜ਼ ਇਹ ਪੁਰਾਣੀ ਹੈ। ਮੋਬਾਈਲ ਲੈ ਕੇ ਆਉਂਦੇ ਹਾਂ, ਲੈ ਕੇ ਆਉਂਦੇ ਵੀ ਦੁਕਾਨ ਇਸ ਤੋਂ ਬਾਅਦ ਤੁਸੀਂ ਵੇਚਣਾ ਗਾ, ਅਗਲੇ ਨੂੰ ਕਹਿਣਾ ਪੈਂਦਾ ਵੀ ਇੰਨਾ ਸਮਾਂ ਪਹਿਲਾਂ ਲੈ ਕੇ ਆਉਂਦਾ ਸੀਗਾ, ਹੁਣ ਇਹ ਇੰਨੇ ਸਾਲ ਪੁਰਾਣਾ ਹੈ, ਇੰਨੇ ਮਹੀਨੇ ਇਹ ਪੁਰਾਣਾ ਹੈ। ਇੱਥੇ ਤੱਕ ਕੀ ਆਪਾਂ ਕਹਿ ਲਈਏ ਤੁਸੀਂ ਦੁਕਾਨ ਤੋਂ ਚੀਜ਼ ਲਵੋ, ਘਰ ਆਉਣ
तक ये पुरानी हो जाती है चीज, उस तरह नवी नहीं रहती। जे तुसीं बेचना होवे ਉਹ ਰੇਟ ਦੇਖ ਲਿਓ ਉਹਨਾਂ ਨੇ ਘੱਟ ਵੱਧ ਕਰਨਾ ਵੀ ਤੁਸੀਂ ਇੱਕ ਵਾਰੀ ਚੀਜ਼ ਲੈ ਆਂਦੀ ਨਾ ਘਰੇ। ਸਮੇਂ ਦਾ ਪ੍ਰਭਾਵ ਹਰ ਚੀਜ਼ ਦੇ ਸਮਾਜ ਦੇ ਉੱਤੇ ਪੈਂਦਾ ਹੈ, ਬੰਦੇ ਤੇ ਵੀ ਪੈਂਦਾ ਹੈ। ਜਿਹੜੀ ਚੀਜ਼ ਲੈ ਕੇ ਆਉਂਦੇ ਆ ਹਰ ਇੱਕ ਜਿਹੜਾ ਸਮੇਂ ਦੇ ਅਧੀਨ ਹੈ, ਸਿਰਫ ਤੇ ਸਿਰਫ ਅਕਾਲ ਪੁਰਖ ਪਰਮਾਤਮਾ ਹੈ ਜਿਹੜਾ ਸਮੇਂ ਦੇ ਨਾਲ ਬੁੱਢਾ ਨਹੀਂ ਹੁੰਦਾ, ਸਮੇਂ ਦੇ ਨਾਲ ਉਹਨੂੰ ਕੋਈ ਨੁਕਸਾਨ ਨਹੀਂ ਹੁੰਦਾ, ਉਹਨੂੰ ਸੁਣਨਾ ਬੰਦ ਨਹੀਂ ਹੁੰਦਾ, ਉਹਨੂੰ ਦੇਖਣਾ ਬੰਦ ਨਹੀਂ ਹੁੰਦਾ। ਇਹ ਸਿਰਫ ਤੇ ਸਿਰਫ ਅਕਾਲ ਪੁਰਖ ਹੈ ਜਿਹੜਾ ਕਹਿੰਦੀ ਕਿ ਉਹ ਸਮੇਂ ਦੇ ਪ੍ਰਭਾਵ ਦੇ ਵਿੱਚ ਨਹੀਂ ਆਉਂਦਾ ਜਾਂ ਸਮੇਂ ਦੇ ਨਾਲ ਬਦਲਦਾ ਨਹੀਂ। ਅਕਾਲ ਮੂਰਤ ਅੱਗੇ ਕਹਿੰਦੇ ਨੇ ਅਜੂਨੀ, ਉਹ ਕਹਿੰਦੇ ਹੁਣ ਸਮੇਂ ਦਾ ਪ੍ਰਭਾਵ ਤਾਂ ਪਵੇ ਜੇ ਜੁਨਾ ਵਿੱਚ ਆਉਂਦਾ ਹੋਵੇ। ਉਹਦੇ ਸਰੀਰਕ ਤੌਰ ਤੇ ਇਦਾਂ ਨਹੀਂ ਵੀ ਸਾਹਮਣੇ ਅਸੀਂ ਕਈ ਵਾਰ ਨਕਸ਼ਾ ਘੜਦੇ ਵੀ ਪਰਮਾਤਮਾ ਹੈ ਵੀ ਸਾਡੇ ਸਾਹਮਣੇ ਇਦਾਂ ਹੋਵੇ ਬੈਠਾ, ਉਹ ਅਜੂਨੀ ਹੈ, ਜੁਨਾ ਦੇ ਵਿੱਚ ਨਹੀਂ ਆਉਂਦਾ। ਉਹ ਕਿਸੇ ਵੀ ਜੂਨ ਦੇ ਵਿੱਚ ਸਰੀਰ ਧਾਰ ਕੇ ਨਹੀਂ ਆਉਂਦਾ। ਜੇ ਆਉਂਦਾ ਹੈ ਉਹ ਬਾਣੀ ਉਹਦੇ ਬਾਰੇ ਕਹਿੰਦੇ, ਪਹਿਲਾਂ ਅਸੀਂ ਕਹਿੰਦੇ ਵੀ ਉਹਨਾਂ ਦੇ ਸਾਨੂੰ ਕਹਿੰਦੇ ਚਿਹਰੇ ਮਿਲਦੇ ਨੇ ਵੀ ਆਹ ਚਿਹਰੇ ਆ ਜਿਹੜੇ ਭਗਵਾਨ ਦਾ ਰੂਪ ਹਨ। ਉਹਦੇ ਬਾਰੇ ਬਾਣੀ ਨੇ ਕਿਹਾ ਵੀ ਜੁਗਾਂ ਜੁਗਾਂ ਕੇ ਰਾਜੇ ਕੀਏ ਗਾਵੇ ਕਰ ਅਵਤਾਰੀ। ਉਹ ਜੁਗਾਂ ਜੁਗਾਂ ਦੇ ਰਾਜੇ ਨੇ, ਪਰ ਉਹਨੂੰ ਅਵਤਾਰ ਬਣਾ ਕੇ, ਉਹਨੂੰ ਭਗਵਾਨ ਬਣਾ ਕੇ ਜਿਹੜੇ ਸਮੇਂ ਦੇ ਪੇਪਰ ਨੇ ਉਹ ਪੇਸ਼ ਕੀਤਾ ਹੈ। ਸਮੇਂ ਦੇ ਰਾਜੇ ਹੋਏ ਨੇ ਉਹ। ਜਿਹੜਾ ਜੇ ਅਕਾਲ ਪੁਰਖ ਜੇ ਤੁਸੀਂ ਭਗਵਾਨ ਕਹਿੰਦੇ ਹੋ, ਰੱਬ ਕਹਿੰਦੇ, ਉਹ ਜੁਨਾ ਦੇ ਵਿੱਚ ਨਹੀਂ ਆਉਂਦਾ। ਜੇ ਜੁਨਾ ਦੇ ਵਿੱਚ ਆਉਂਦਾ ਹੈ ਉਹ ਭਗਵਾਨ ਨਹੀਂ ਹੋ ਸਕਦਾ। ਅਕਾਲ ਪੁਰਖ ਉਹ ਜੁਨਾ ਦੇ ਵਿੱਚ ਸਰੀਰ ਧਾਰ ਕੇ ਨਹੀਂ ਆਉਂਦਾ ਭਾਈ। ਅਜੂਨੀ ਸਹਿ ਭੰਗ, ਸਹਿ ਭੰਗ ਕਹਿੰਦੇ ਨੇ ਜਿਹੜਾ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ, ਹੁਣ ਆਪਣੇ ਆਪ ਤੋਂ ਬਣਿਆ ਹੈ। ਜੇ ਜਿਸ ਨੂੰ ਕਿਸੇ ਦੇ ਏਦਾਂ ਲੋੜ ਨਹੀਂ ਵੀ ਉਹਨੇ ਬਣਾਇਆ ਹੋਵੇ। ਜੇ ਹੁਣ ਜੇ ਆਪਾਂ ਆਪਣੀ ਗੱਲ ਕਰੀਏ ਵੀ ਅਸੀਂ ਤਾਂ ਪਤਾ ਨਹੀਂ ਕਿੰਨਾ ਕੁਝ ਬਣਾਈ ਫਿਰਦੇ ਆਂਗੇ। ਜੇ ਭਗਵਾਨ ਦਾ ਹੁਣ ਰੂਪ ਨਹੀਂ ਹੈ ਪਰ ਬੰਦਾ ਬਣਾਉਂਦਾ ਹੈ, ਥਾਪਿਆ ਜਾਏ ਕੀਤਾ ਨਾ ਹੋਵੇ ਆਪੇ ਆਪ ਨਿਰੰਜਨ। ਸੋ ਇਹ ਪਰ ਬਾਣੀ ਦੇ ਵਿਚਾਰ ਦੇਦੀ ਆ, ਪਰ ਹੁਣ ਕਿਹੜਾ ਵੇਲੇ ਹਨ ਜਿਹੜੇ ਵਿਚਾਰ ਦੇ ਵੀ ਰੱਬ ਨੇ ਜੋ ਗੁਰਬਾਣੀ ਦੇ ਵਿੱਚ ਰੱਬ ਪ੍ਰਤੀ ਵਿਚਾਰ ਦੇ ਦਿੱਤੀ ਹੈ ਵੀ ਇਸ ਤੋਂ ਇੱਕੋ ਇੱਕ ਪਹਿਲੀ ਆਪਾਂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਜਿਹਦੇ ਵਿੱਚ ਹੁਣ ਤੱਕ ਗੁਰੂ ਸਾਹਿਬਾਨਾਂ ਤੋਂ ਲੈ ਕੇ ਹੁਣ ਤੱਕ ਕੋਈ ਮਿਲਾਵਟ ਨਹੀਂ ਹੋਈ, ਜਿਹਦੇ ਵਿੱਚ ਜਿਹੜੇ ਆਪਾਂ ਕਹਿੰਦੇ ਵੀ ਗੁਰੂ ਸਾਹਿਬਾਨਾਂ ਦੇ ਆਪਣੇ ਵਚਨ ਦਰਜ ਹਨ। ਕਿਉਂਕਿ ਇਹਦੀ ਤਰਤੀਬ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਸ ਤਰ੍ਹਾਂ ਘੜੀ ਹੋਈ ਹੈ, ਇਸ ਤਰ੍ਹਾਂ ਕੱਲੇ ਕੱਲੇ ਸ਼ਬਦ ਦੇ ਨਾਲ ਮਿਲ ਕੇ ਲਿਖ ਕੇ ਵੀ ਕੋਈ ਵੀ ਇਸ ਤਰ੍ਹਾਂ ਵਿੱਚ ਕੋਈ ਮਿਲਾਵਟ ਨਾ ਕਰ। ਇਹ ਗੁਰੂ ਸਾਹਿਬਾਨਾਂ ਨੇ ਆਪ ਪ੍ਰਚਾਰਿਆ ਤੇ ਹੰਢਾਇਆ ਤੇ ਇਹੋ ਸਾਨੂੰ ਮੰਨਣ ਵਾਸਤੇ ਕਿ ਜੇ ਤੁਸੀਂ ਜ਼ਿੰਦਗੀ ਆਨੰਦ ਵਾਲੀ ਜਿਉਣੀ ਚਾਹੁੰਦੇ ਹੋ ਭਾਈ ਇਹਦੇ ਤੇ ਪੈਦਾ ਦਿਓ, ਇਹ ਬਾਣੀ ਨੂੰ ਆਪਣਾ ਆਸਰਾ ਬਣਾ ਕੇ ਰੱਖਿਓ। ਹੁਣ ਸਹਿਬੰਦ ਆਪਣੇ ਆਪ ਤੋਂ ਪ੍ਰਕਾਸ਼ਮਾਨ ਤੇ ਜਿਹੜਾ ਆਪਣੇ ਆਪ ਤੋਂ ਬਣਿਆ ਹੈ, ਉਹਨੇ ਆਪਣਾ ਨਾਮ ਹੀ ਆਪ ਬਣਾਇਆ ਹੈ ਤੇ ਹਰ ਅਗਲੇ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਤੇ ਸਾਰੇ ਪਾਸੇ ਬਣਾ ਕੇ ਸਮਾਜ ਦੇ ਵਿੱਚ ਆਪ ਵਾਸਾ ਕੀਤਾ ਹੋਇਆ। ਹਰ ਇੱਕ ਦੇ ਬੰਦੇ ਦੇ ਅੰਦਰ ਹੈ, ਹਰ ਇੱਕ ਬੱਚੇ ਦੇ ਅੰਦਰ ਹੈ, ਹਰ ਇੱਕ ਜੀਵ ਦੇ ਅੰਦਰ ਉਹਦਾ ਵਾਸਾ ਹੈ। ਪਰ ਕਹਿੰਦੇ ਸਹਿਬਾਨ ਨੂੰ ਕਿਸੇ ਨੇ ਬਣਾਇਆ ਨਹੀਂ, ਜਿਹੜਾ ਕਾਲ ਪੁਰਖ ਨੂੰ ਕਿਸੇ ਉਹ ਬਣਾਇਆ ਨਹੀਂ ਜਾ ਸਕਦਾ। ਇਹਦਾ ਸਮਝੀਏ ਜਿਹੜਾ ਕਾਲ ਪੁਰਖ ਸਹਿਬੰਦ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ, ਜੇ ਅੱਜ ਬਣਾਉਂਦੇ ਆ ਵੀ ਉਹ ਬਣਾਇਆ ਨਹੀਂ ਜਾ ਸਕਦਾ, ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ ਤੇ ਹਰ ਇੱਕ ਦੇ ਅੰਦਰ ਹੈ। ਅਜੂਨੀ ਹੈ ਉਹ ਜੁਨਾ ਦੇ ਵਿੱਚ ਨਹੀਂ ਆਉਂਦਾ। ਪਰ ਅੱਜ ਦੇ ਸਮਾਜ ਦੇ ਵਿੱਚ ਵੇਖੀਏ ਵੀ ਅਸੀਂ ਇਹ ਗੁਣ ਸਿੱਖਣਾ, ਅਸੀਂ ਰੱਬ ਵਾਲਾ, ਇਹ ਜੇ ਰੱਬ ਜੁਨਾ ਦੇ ਵਿੱਚ ਨਹੀਂ ਆਉਂਦਾ ਵੀ ਅਸੀਂ ਫਿਰ ਜੁਨਾ ਕਿਉਂ ਭੋਗਦੇ ਹਾਂ ਭਾਈ। ਅਸੀਂ ਸਰੀਰ ਦਾ ਜਿਹੜਾ ਮਰਨ ਹੈਗਾ ਉਹ ਇੱਕ ਵਾਰ ਹੀ ਹੁੰਦਾ, ਜਿਹੜਾ ਸਾਡਾ ਮਨ ਇਹ ਬੜੀਆਂ ਜੁਨਾ ਭੋਗਦਾ ਹੈ। ਸਾਨੂੰ ਕਈ ਵਾਰ ਕਹਿ ਦਿੰਦੇ ਆਗੇ ਵੀ ਜਿਹੜਾ ਬੰਦਾ ਮਰਨ ਤੋਂ ਬਾਅਦ ਆਹ ਜੁਨ ਪੈ ਜਾਂਦਾ, ਜਾਂ ਅਸੀਂ ਕਈ ਵਾਰ ਮੈਂ ਤਾਂ ਹੈਰਾਨ ਹੁੰਦਾ ਵੀ ਬੰਦਾ 10 ਸਾਲਾਂ ਬਾਅਦ ਵੀ ਇਹ ਕਿਸੇ ਨੂੰ ਯਾਦ ਕਰਕੇ ਪਾਠ ਕਰਾਉਂਦੇ ਆ ਨਾ, ਅਰਦਾਸ ਇਹ ਕੀਤੀ ਜਾਂਦੀ ਹੈ ਵੀ ਉਹਨਾਂ ਨੂੰ ਜੂਨਾਂ ਦੇ ਵਿੱਚੋਂ ਬਚਾ ਕੇ ਰੱਖੀ ਜਾਂ ਆਹ ਜੂਨ ਤੋਂ ਮੁਕਤੀ ਬਖਸ਼ੀ। ਵੀ ਸਾਨੂੰ ਵਿਸ਼ਵਾਸ ਹੋਣਾ ਚਾਹੀਦਾ ਕਿ ਜੂਨਾਂ ਦੇ ਵਿੱਚ ਪਾਉਂਦਾ ਨਹੀਂ, ਜਾਂ ਸਾਨੂੰ ਇਹ ਵਿਸ਼ਵਾਸ ਇਹ ਰੱਖਣਾ ਚਾਹੀਦਾ ਵੀ ਉਹ ਹੁਣ ਤੱਕ ਮੁਕਤ ਹੋ ਗਏ ਹੋਣਗੇ ਜੇ ਇੰਨੇ ਪਾਠ ਤੁਸੀਂ ਕਰਦੇ ਰਹੇ ਇੰਨੇ ਸਾਲਾਂ ਤੋਂ। ਜੇ ਇੰਨੇ ਸਾਲਾਂ ਤੁਸੀਂ ਮੰਨਦੇ ਆ ਰਹੇ ਹੋ ਵੀ ਉਹ ਵੀ ਬਾਣੀ ਪੜ੍ਹਦੇ ਰਹੇ ਨੇ ਵੀ ਉਹ ਜੂਨਾਂ ਦੇ ਵਿੱਚ ਹੀ ਪਾਏ ਹੋਣਗੇ। ਇਹ ਵਿਸ਼ਵਾਸ ਰੱਖਣਾ ਚਾਹੀਦਾ ਵੀ ਜੇ ਜੋਤੀ ਵਿੱਚ ਜੋਤ ਰਲ ਜਾਏ ਤੇ ਉਹ ਜਿਹੜੀ ਸਾਡੀ ਹਾਸੀ ਹੈ ਜਿਹੜੀ ਇਸ ਤੋਂ ਬਾਅਦ ਜੇ ਸਾਡੇ ਅੰਦਰ ਜੋਤ ਹੈ ਤੇ ਉਹਦੇ ਨਾਲ ਮਿਲ ਜਾਣੀ। ਇਹ ਜੂਨਾਂ ਦੇ ਵਿੱਚ ਨਹੀਂ, ਉਹ ਕਾਲ ਪੁਰਖ ਆਪਣੇ ਨਾਲ ਮੇਲ ਰਹੇਗਾ। ਸਾਨੂੰ ਆਪਣੇ ਕਰਮਾਂ ਤੇ ਭਰੋਸਾ ਹੋਣਾ ਚਾਹੀਦਾ। ਜਦੋਂ ਅਸੀਂ ਦੂਜੇ ਦੀ ਅਰਦਾਸ ਕਰਦੇ ਹਾਂ ਇਹ
ਗੁਰਬਾਣੀ ਦੇ ਵਿੱਚ ਇਹਨਾਂ ਜਾਨਵਰਾਂ ਦੇ ਸੁਭਾਅ ਲਏ ਗਏ ਨੇ। ਜੇ ਬੰਦਾ ਜੇ ਜਿਉਂਦਾ ਹੋਇਆ ਹੁਣ ਵੀ ਇਹਨਾਂ ਦੇ ਸੁਭਾਅ ਰੱਖਦਾ ਹੈ, ਫੇਰ ਤਾਂ ਭਾਈ ਤੂੰ ਜੁਨਾ ਦੇ ਵਿੱਚ ਹੀ ਹੈ। ਜੇ ਜੁਨਾ ਤੋਂ ਮੁਕਤ ਹੋਣਾ ਚਾਹੁੰਦਾ ਹੈ, ਬੰਦੇ ਦਾ ਮਨ ਹੈ ਜਿਹੜਾ ਜੁਨਾ ਦੇ ਵਿੱਚ ਪੈਂਦਾ ਹੈ, ਇਹ ਤੋਂ ਮੁਕਤ ਕਰ। ਸਰੀਰ ਦਾ ਇਹਨਾਂ ਜੁਨਾ ਦੇ ਵਿੱਚ ਨਾ ਪੈ, ਜਿਹੜਾ ਮਨ ਦਾ ਹਰ ਰੋਜ਼ ਕੋਈ ਲਾਲਚ ਦੀ ਜੂਨ ਪੈਂਦਾ ਹੈ, ਕੋਈ ਹਿਰਨ ਦੀ ਜੂਨ ਪੈਂਦਾ ਹੈ, ਕੋਈ ਹਾਥੀ ਦੀ ਜੂਨ ਪੈਂਦਾ ਹੈ, ਇਹਨਾਂ ਜੁਨਾ ਤੋਂ ਮੁਕਤ ਹੋ। ਜੇ ਮੁਕਤ ਹੋਣਾ ਹੀ ਚਾਹੁੰਦਾ ਹੈ, ਜੇ ਅਕਾਲ ਪੁਰਖ ਨੇ ਜੇ ਮੂਲ ਮੰਤਰ ਪੜ੍ਹਨਾ ਹੈ, ਕਈ ਵਾਰ ਕਹਿੰਦੇ ਵੀ ਇੰਨੇ ਪਾਠ ਮੈਂ 500 ਇੰਨਾ ਮੂਲ ਮੰਤਰ ਦਾ ਪਾਠ ਕੀਤਾ ਹੈ। ਜੇ ਫੇਰ ਵੀ ਭਾਈ ਜੇ ਤੂੰ ਇਦਾਂ ਜੁਨਾ ਤੋਂ ਡਰਦਾ ਹੈ, ਜੇ ਨਿਰਭਉ ਹੋ ਕੇ ਨਹੀਂ ਚੱਲਦਾ, ਫਿਰ ਤੇਰਾ ਪੜ੍ਹਿਆ ਕਿ ਜੇ ਉਹਨੂੰ ਪੜ੍ਹਦਾ ਗਾ, ਜੇ ਤੁਸੀਂ ਉਹਨੂੰ ਬਾਰ-ਬਾਰ ਅਸੀਂ ਰੱਬ ਨੂੰ ਅਕਾਲ ਪੁਰਖ ਨੂੰ ਯਾਦ ਕਰਦੇ ਹਾਂ, ਫਿਰ ਉਹਦੇ ਭਰੋਸਾ ਰੱਖ ਕੇ ਕਰ ਚੱਲੀਏ ਵੀ ਉਹ ਕਿਸੇ ਦੇ ਨਾਲ ਵੈਰ ਨਹੀਂ ਕਰਦਾ, ਅਜੂਨੀ ਹੈ। ਜੁਨਾ ਦੇ ਵਿੱਚ ਜੇ ਉਹ ਨਹੀਂ ਪੈਂਦਾ ਵੀ ਅਸੀਂ ਵੀ ਨਹੀਂ ਪੈਣਾ, ਅਸੀਂ ਵੀ ਇਹਦਾ ਜੁਨਾ ਤੋਂ ਰਹਿਤ ਹੋ ਕੇ ਚੱਲਣਾ ਹੈ। ਅਜੂਨੀ ਸਹਿਬਾਨ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ। ਹੁਣ ਅੱਗੇ ਕਹਿੰਦੇ ਨੇ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਇਹ ਗੁਣ ਜਿਹੜੇ ਨੇ ਉੱਪਰ ਦੱਸੇ ਹੁਣ ਦੇਖੋ ਓਂਕਾਰ ਤੋਂ ਲੈ ਕੇ ਸਹਿਬਾਨ ਤੱਕ ਇਹ ਅਕਾਲ ਪੁਰਖ ਦੀ ਹਸਤੀ ਦੱਸ ਦਿੱਤੀ ਆ। ਹੁਣ ਜੇ ਅਸੀਂ ਵੀ ਹੁਣ ਇਹ ਕਹਿ ਲਈਏ ਵੀ ਸਾਡੇ ਨਾਲ ਕੋਈ ਜੀ ਰਿਹਾ ਹੋਵੇ, ਪਹਿਲਾਂ ਪਰਿਵਾਰ ਦੇ ਵਿੱਚ ਕੋਈ ਮਿਲਣ ਆਇਆ ਹੋਵੇ, ਹੁਣ ਉਹਦੀ ਹਸਤੀ ਬਾਰੇ ਉਹ ਦੱਸਣਾ ਹੋਵੇ, ਵੇਖਿਆ ਨਹੀਂ, ਅਸੀਂ ਉਹਦੇ ਇੱਥੇ ਕਹਿੰਦੇ ਵੀ ਉਹਦੀ ਹਾਈਟ ਕਿੰਨੀ ਆ, ਵੀ ਉਹਦੇ ਵਿੱਚ ਆਹ ਗੁਣ ਨੇ, ਜਾਂ ਸਕੂਲ ਦੇ ਵਿੱਚ ਕਹਿ ਲਈ ਵਿਦਿਆਰਥੀ ਕਹਿੰਦੇ ਜਿਹੜਾ ਹੁਣ ਜਿਹੜਾ 10ਵੀਂ ਪਾਸ ਕਰਕੇ ਗਿਆ ਬੱਚਾ, ਉਹਦੇ ਬਾਰੇ ਆ ਪਹਿਲੇ ਨੰਬਰ ਤੇ ਆਇਆ ਹੋਇਆ, ਨਾਮ ਦੱਸ ਦਿੱਤਾ ਉਹਦਾ। ਜੇ ਹੁਣ ਉਹਦੀ ਹਸਤੀ ਬਣਾਉਣੀ ਹੋਵੇ, ਉਹ ਬੜਾ ਇੰਟੈਲੀਜੈਂਟ ਸੀ, ਉਹ ਆਹ ਵਿਸ਼ੇ ਦੇ ਵਿੱਚ ਬੜਾ ਮਾਹਰ ਸੀ ਕਹਿ ਲਈਏ, ਏਦਾਂ ਉਹਦੀ ਹਸਤੀ ਘੜੀ ਜਾਂਦੀ। ਇਸੇ ਤਰ੍ਹਾਂ ਹਸਤੀ ਜਿਹੜੀ ਅਕਾਲ ਪੁਰਖ ਦੀ ਘੜੀ ਗਈ ਹੈ, ਇੱਕ ਓਂਕਾਰ ਤੋਂ ਲੈ ਕੇ ਗੁਰ ਪ੍ਰਸਾਦ ਤੱਕ। ਹੁਣ ਗੁਰ ਪ੍ਰਸਾਦ ਵਿੱਚ ਇਹ ਜਿਹੜੇ ਅਕਾਲ ਪੁਰਖ ਦੇ ਅੰਦਰ ਦੇ ਗੁਣ ਨੇ, ਦੇਖਿਆ ਨਹੀਂ ਕਿਸੇ ਨੇ, ਪਰ ਉਹਦੇ ਗੁਣ ਜਿਹੜੇ ਨੇ, ਜੇ ਬੰਦਾ ਆਪਣੀ ਜੀਵਨ ਦੇ ਵਿੱਚ ਲੈ ਆਵੇ ਅਕਾਲ ਪੁਰਖ ਵਰਗਾ ਬਣ ਜਾਂਦੇ। ਕਿਉਂਕਿ ਜੇ ਕਹਿੰਦੇ ਜੇ ਬਾਣੀ ਦੇ ਵਿੱਚ ਗੱਲ ਕਰਦੇ ਆ ਬਈ ਜਿਹੜਾ ਮਿੱਟੀ ਰੋੜੇ ਨੂੰ ਕਹਿ ਰਹੀ ਵੀ ਨਿਮਰ ਦਾ ਵਾਲਾ ਪੈਰਾਂ ਦੇ ਵਿੱਚ ਪਿਆ। ਕਈ ਵਾਰ ਉਹਦੇ ਬਾਣੀ ਦੇ ਵਿੱਚ ਆਉਂਦਾ ਵੀ ਰੋੜਾ ਜਿਹੜਾ ਉਹਦੇ ਵਰਗਾ ਸੁਭਾਅ ਹੋ ਜਾਵੇ। ਇਹ ਤੋਂ ਬਾਅਦ ਗੱਲ ਕਰਦੇ ਵੀ ਜਿਹੜਾ ਰੋੜਾ ਹੈਗਾ ਭਾਵੇਂ ਹੈ ਨਿਮਰਤਾ ਵਾਲਾ ਪੈਰਾਂ ਦੇ ਵਿੱਚ ਹੈ, ਜਦੋਂ ਬੰਦਾ ਤੁਰਦਾ ਹੈ ਤੇ ਉਹ ਠੋਕਰ ਵੱਜਦੀ ਹੈ, ਇਹਦੇ ਵਰਗਾ ਸੁਭਾਅ ਨਹੀਂ ਹੋਣਾ ਚਾਹੀਦਾ। ਫਿਰ ਕਹਿੰਦੇ ਆਗੇ ਮਿੱਟੀ ਵਰਗਾ ਹੋਣਾ ਚਾਹੀਦਾ, ਉਹ ਪੈਰਾਂ ਦੇ ਵਿੱਚ ਰਹਿੰਦੀ ਹੈ। ਕਹਿੰਦੇ ਇਹਦੇ ਵਰਗਾ ਵੀ ਜੇ, ਕਿਉਂਕਿ ਫਿਰ ਇਹ ਜਦੋਂ ਕੋਈ ਹਵਾ ਹੁੰਦੀ ਹੈ ਵੀ ਇਹ ਵੀ ਘਟਾ ਜਿਹੜਾ ਉੱਪਰ ਕਹਿੰਦਾ ਹੈ ਬੰਦੇ ਨੂੰ ਇਹ ਵੀ ਕਦੇ ਮੈਲਾ ਕਰ ਦਿੰਦਾ ਹੈ। ਤੇ ਇਸ ਤੋਂ ਬਾਅਦ ਜੋ ਕਹਿੰਦੇ ਨੇ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਅਕਾਲ ਪੁਰਖ ਕਹਿੰਦੇ ਕਿਸੇ ਦੇ ਨਾਲ ਕਹਿ ਵੀ ਉਹਦੇ ਵਰਗੇ ਗੁਣ ਹੋਣਗੇ, ਅਕਾਲ ਪੁਰਖ ਦੇ ਵਿੱਚ ਨਹੀਂ। ਅਕਾਲ ਪੁਰਖ ਦੇ ਗੁਣ ਨੇ ਜਿਹੜੇ ਹਰੀ ਅਕਾਲ ਪੁਰਖ ਉਹਦੇ ਵਰਗੇ ਗੁਣ ਉਹਦੇ ਕੋਲੋਂ ਹੀ ਮਿਲ ਸਕਦੇ ਨੇ, ਅਸੀਂ ਉਹਦੇ ਨਾਲ ਹੀ ਮਿਲਣਾ ਹੈ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਉਹਦੇ ਨਾਲ ਅਸੀਂ ਜਿਹੜਾ ਹਰੀਆ ਉਹਦੇ ਵਾਲੇ ਗੁਣ ਉਹਦੇ ਵਿੱਚ ਹੀ ਹਨ ਤੇ ਉਦੋਂ ਤੋਂ ਹੀ ਅਸੀਂ ਸਿੱਖਣੇ ਹਨ। ਇਹਦੇ ਤੱਕ ਗੁਰ ਪ੍ਰਸਾਦ ਤੱਕ ਇਹ ਮੂਲ ਮੰਤਰ ਜਿਹੜਾ ਆਸਾ ਕੀ ਵਾਰ ਦੇ ਗੁਣ ਦੇ ਵਿੱਚ ਸਭ ਤੋਂ ਕਹਿ ਲਈਏ ਕਿ ਪਹਿਲਾ ਜਿਹੜਾ ਇਹ ਮੂਲ ਮੰਤਰ ਦਰਜ ਕੀਤਾ ਗਿਆ ਹੈ। ਤੇ ਇਸ ਤੋਂ ਬਾਅਦ ਹੁੰਦੀ ਹੈ ਵਿਚਾਰ ਆਸਾ ਮਹਲਾ ਪਹਿਲਾ। ਆਸਾ ਜਿਹੜਾ ਗਾ ਉਹ ਰਾਗ ਦਾ ਨਾਮ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 31 ਰਾਗ ਹਨ। ਆਸਾ ਰਾਗ ਜਿਹੜਾ ਗਾ ਆਪਣੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇਹ ਦਰਜ ਹੈ। ਮਹਲਾ ਪਹਿਲਾ ਭਾਵ ਪਹਿਲੇ ਗੁਰੂ ਜਿਹੜੇ ਨੇ ਪਹਿਲਾ ਸਰੀਰ ਹੈ ਉਹਨਾਂ ਦੀ ਉਚਾਰਨ ਕੀਤੀ ਹੋਈ ਇਹ ਬਾਣੀ ਹੈ। ਮਹਲਾ ਪਹਿਲਾ, ਮਹਲਾ ਸ਼ਬਦ ਵੀ ਕਈ ਵਾਰ ਸਾਡੇ ਤਾਂ ਦੁਬਦਾ ਕਹਿੰਦੇ ਵੀ ਇਹਨੂੰ ਮਹਿਲਾ ਕਹਿਣਾ ਚਾਹੀਦਾ ਜਾਂ ਮਹੱਲਾ ਕਹਿਣਾ ਚਾਹੀਦਾ। ਜੇ ਆਪਾਂ ਉਹਦੀ ਵਿਚਾਰ ਕਰੀਏ ਵੀ ਮਹੱਲਾ ਕਹਿੰਦੇ ਨੇ ਕਿ ਜਿਹੜਾ ਆਪਣਾ ਮਹੱਲਾ ਕਹਿੰਦੇ ਨੇ ਵੀ ਇੰਨੀ ਜਗ੍ਹਾ ਨੂੰ ਇਹ ਜਿਹੜੇ ਇਧਰਲੇ ਘਰ ਨੇ ਉਹ ਮਹੱਲਾ ਕਹਿ ਦਿੰਦੇ ਆ। ਮਹਿਲਾ ਜਿਹੜਾ ਸਰੀਰ ਮਹਿਲਾ ਇਹ ਇਸਤਰੀ ਵਾਸਤੇ ਵਰਤਿਆ ਜਾਂਦਾ ਹੈ। ਮਹਿਲਾ ਜਿਹੜਾ ਹੈਗਾ ਇਹ ਇਸਤਰੀ ਵਾਸਤੇ ਜਿਹੜਾ ਇੱਥੇ ਕਰੀਏ ਇੱਕ ਸ਼ਬਦ ਪਹਿਲਾ, ਇੱਕ ਸ਼ਬਦ ਜਿਹੜਾ ਲਿਖਿਆ ਹੋਇਆ ਹੈ ਪਹਿਲਾ, ਇਹ ਪੁਰਖਵਾਚਕ ਹੈ। ਮਹੱਲਾ ਸ਼ਬਦ ਜਿਹੜਾ ਹੈਗਾ ਉਹ ਸਰੀਰ ਵਾਸਤੇ ਵਰਤਿਆ ਜਾਂਦਾ ਹੈ। ਕੱਲਾ ਜੇ ਉਹ ਕੋਈ ਲਗਾ ਮਾਤਰਾ ਨਾਲ ਲਈ ਜਿੱਦਾਂ ਲਿਖਿਆ ਹੋਇਆ ਉਹਦਾ ਪੜ੍ਹੀਏ ਮਹੱਲਾ। ਇਹ ਹੈਗਾ ਇਹਦਾ ਮਤਲਬ ਹੁੰਦਾ ਹੈਗਾ ਸਰੀਰ। ਕਿਹੜੇ ਸਰੀਰ ਦਾ? ਪਹਿਲੇ ਸਰੀਰ ਦਾ। ਇਹ ਜਿਹੜਾ ਬਾਣੀ ਨਾਲ ਕਹਿੰਦੇ ਸ਼ਬਦ ਹੈ। ਇਹ ਜਿਹੜੀ ਬਾਣੀ ਸੀ ਆਸਾ ਕੀ ਬਾਤ, ਇਹ
पौड़ियां सन। कलियां पौड़ियां ਜਿਹੜੀਆਂ गुरु ग्रंथ साहिब जी के अंदर 12 कहती है, ये 22 वारां ने। उन्हां दे विचों ਜਿਹੜੀਆਂ 21 ਵਾਰਾਂ ਜਿਹੜੀਆਂ ਉਹ ਗੁਰੂ ਸਾਹਿਬਾਨਾਂ ਦੀਆਂ ਤੇ ਇੱਕ ਹੈਗੀ ਆ ਸੱਤੇ ਦੇ ਬਲਵੰਡ ਜੀ ਦੀ ਵਾਰ। ਤੇ 2 ਵਾਰਾਂ ਦੇ ਵਿੱਚ ਜਿਹੜਾ ਗਾ ਰਹਾਉ ਦਾ 2 ਵਾਰਾਂ ਦੇ ਨਾਲ ਜਿਹੜੀਆਂ ਉਹਨਾਂ ਦੇ ਵਿੱਚ ਸ਼ਲੋਕ ਨਹੀਂ ਹਨ, ਕੱਲੀਆਂ ਪੌੜੀਆਂ ਹਨ। ਇੱਕ ਤਾਂ ਸੱਤੇ ਦੇ ਬਲਵੰਡ ਦੀ ਵਾਰ ਤੇ ਇੱਕ ਹੈਗੀ ਆ ਬਸੰਤ ਕੀ ਵਾਰ। ਤੇ ਆਸਾ ਮਹਲਾ ਪਹਿਲਾ, ਆਸਾ ਰਾਗ ਹੈ, ਮਹਲਾ ਸ਼ਬਦ ਜਿਹੜਾ ਹੈ ਗੁਰੂ ਨਾਨਕ ਪਾਤਸ਼ਾਹ ਵਾਸਤੇ ਵਰਤਿਆ ਗਿਆ। ਪਹਿਲੇ ਸ਼੍ਰੀ ਦੀ ਇਹ ਬਾਣੀ ਹੈ। ਇਹ ਤੋਂ ਬਾਅਦ ਕਹਿੰਦੇ ਨੇ ਜਿਹੜੀ ਆਸਾ ਮਹਲਾ ਪਹਿਲਾ, ਇਹ ਜਿਹੜੀ ਬਾਣੀ ਇਸ ਤੋਂ ਬਾਅਦ ਜਿਹੜੀ ਹੈਗੀ ਇਹ ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਬਾਣੀ ਹੈ ਤੇ ਇਹਦੇ ਨਾਲ ਜਿਹੜੇ ਸਰਲੇਖ ਹਨ ਇਹ ਸਾਰੇ ਜਿਹੜੇ ਉੱਪਰ ਸਰਲੇਖ ਲਿਖੇ ਗਏ ਹਨ ਗੁਰੂ ਅਰਜਨ ਪਾਤਸ਼ਾਹ ਨੇ ਉਹ ਦਰਜ ਕੀਤੇ ਹਨ। ਜੇ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਵਾਲੀਆਂ ਪੌੜੀਆਂ ਸਨ ਤੇ ਇਹਨਾਂ ਦੇ ਨਾਲ ਸ਼ਲੋਕ ਕਿਸੇ ਦੇ ਨਾਲ 4 ਨੇ, ਕਿਸੇ ਦੇ ਨਾਲ 3 ਨੇ, ਕਿਸੇ ਦੇ ਨਾਲ 2 ਹਨ। ਇਹ ਜਿਹੜੀ ਬਣਤਰ ਵੇਖ ਕੇ ਇਹ ਗੁਰੂ ਅਰਜਨ ਪਾਤਸ਼ਾਹ ਨੇ ਉਹਨਾਂ ਨੇ ਇਹਨਾਂ ਦੇ ਨਾਲ ਜੋੜੇ ਹਨ ਸ਼ਲੋਕ। ਇਹ ਸ਼ਲੋਕ ਜਿਹੜੇ ਅੱਗੇ ਗੁਰੂ ਅਰਜਨ ਪਾਤਸ਼ਾਹ ਨੇ ਜੋੜੇ ਹਨ। ਤੇ ਇਹ ਜਿਹੜੀ ਬਾਣੀ ਹੈ ਕਹਿੰਦੇ ਇਹ ਟੁੰਡੇ ਅਸਰਾਜੇ ਦੀ ਧੁਨੀ ਉਹਦੇ ਉੱਤੇ ਪਾਉਣੀ ਹੈ। ਟੁੰਡਾ ਜਿਹੜਾ ਹੈਗਾ ਆਪਾਂ ਕਹਿ ਲਈਏ ਸਮਾਜ ਦੇ ਵਿੱਚ ਜਿਹਦੀ ਕੋਈ ਬਾਂਹ ਜਾਂ ਲੱਤ ਕੱਟੀ ਹੋਵੇ ਉਹਨੂੰ ਟੁੰਡਾ ਕਹਿ ਦਿੰਦੇ ਆ। ਇਹ ਹੁਣ ਵੇਖਣਾ ਪੈਣਾ ਵੀ ਕਿੰਨਾ ਐਸਾ ਵੀ ਜਿਹੜਾ ਅਸਰ ਆ ਜਾ ਜਿਹੜਾ ਰਾਜੇ ਦਾ ਨਾਮ ਹੋਇਆ ਵੀ ਉਹਦੇ ਧੁਨੀ ਉੱਤੇ ਪਾਉਣ ਵਾਸਤੇ ਇਸ ਬਾਣੀ ਨੂੰ ਹਦਾਇਤ ਕੀਤੀ ਹੈ। ਇਸ ਬਾਣੀ ਨੂੰ ਜਿਹੜੀ ਟੁੰਡੇ ਅਸਰ ਰਾਜੇ ਕੀ ਧੁਨੀ ਉੱਤੇ ਇਹ ਜਿਹੜੀ ਬਾਣੀ ਇਹ ਪਾਉਣੀ ਹੈ। ਜਿਹੜਾ ਅਸਰ ਰਾਜਾ ਹੈ ਇਹ ਸਾਰੰਗ ਦਾ ਪੁੱਤਰ ਹੈ। ਸਾਰੰਗ ਜਿਹੜਾ ਉਹਦੀ ਪਹਿਲੀ ਜਿਹੜੀ ਆ ਪਤਨੀ ਉਹ ਚੜਾਈ ਕਰ ਗਈ ਤੇ ਦੂਜੀ ਜਿਹੜੀ ਆ ਉਹਨੇ ਵਿਆਹ ਕਰਵਾਇਆ ਤੇ ਦੂਜੀ ਘਰ ਵਾਲੀ ਜਦੋਂ ਆਈ ਜਿਹੜਾ ਅਸਰ ਰਾਜਾ ਹੈ ਤੇ ਉਹਦੇ ਵਾਸਤੇ ਕਿ ਜਦੋਂ ਮਾਂ ਮਿਲ ਜਾਏਗੀ ਮਾਂ ਦਾ ਪਿਆਰ ਪ੍ਰਾਪਤ ਹੋਏਗਾ। ਜਿਹੜੀ ਸਾਰੰਗ ਦੀ ਦੂਜੀ ਘਰ ਵਾਲੀ ਹੈ ਤੇ ਉਹ ਆਪਣੇ ਪੁੱਤਰ ਦੇ ਮੋਹਿਤ ਹੋ ਗਈ ਤੇ ਉਹਨੇ ਬੜਾ ਉਹਨੂੰ ਏਦਾਂ ਕਹਿਣ ਦੀ ਯਤਨ ਕੀਤਾ ਤੇ ਬੜਾ ਗਲਤ ਏਦਾਂ ਕਹਿੰਦੀ ਸੰਬੰਧ ਬਣਾਉਣ ਦੀ ਕੋਸ਼ਿਸ਼ ਕੀਤੀ। ਜਿਹੜਾ ਅਸਰ ਰਾਜਾ ਸੀ ਜਿਹੜਾ ਸਾਰੰਗ ਦਾ ਪੁੱਤਰ ਅਸਰ ਰਾਜਾ ਤੇ ਉਹਨੇ ਉਹਦੇ ਕੋਈ ਵੀ ਗੱਲ ਦੇ ਨਾਲ ਹਾਮੀ ਨਹੀਂ ਬੜੀ ਬੜਾ ਉੱਚਾ ਕਰਤਾਰ ਦਿਖਾਇਆ ਉਸਨੇ। ਤੇ ਆਖਰ ਨੂੰ ਜਦੋਂ ਅਸਰ ਰਾਜਾ ਜਿਹੜਾ ਆਪਣੇ ਕਰਤਾਰ ਦਾ ਪੱਕਾ ਰਿਹਾ ਉੱਚਾ ਆਦਰਸ਼ ਦਿਖਾਇਆ ਉਸਨੇ ਤੇ ਉਸਨੇ ਕੀ ਕੀਤਾ ਤੇ ਸਾਰੰਗ ਰਾਜਾ ਜਿਹੜੀ ਦੂਜੀ ਉਹਦੀ ਘਰ ਵਾਲੀ ਹੈ ਤੇ ਉਹਨੇ ਜਾ ਕੇ ਸ਼ਿਕਾਇਤ ਕਰ ਦਿੱਤੀ ਆਪਣੇ ਕੋਲੋਂ ਸ਼ਬਦ ਘਾੜ ਕੇ ਵੀ ਜਿਹੜਾ ਅਸਰ ਰਾਜਾ ਗਾ ਵੀ ਇਹਨੇ ਮੇਰੇ ਨਾਲ ਬਦਸਲੂਕੀ ਕੀਤੀ, ਮੈਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਤੇ ਉਹਨੂੰ ਜਿਹੜੀ ਸਜ਼ਾ ਦਿੱਤੀ ਵੀ ਉਹਦਾ ਇੱਕ ਬਾਂਹ ਕੱਟ ਦਿੱਤੀ। ਰਾਜੇ ਨੇ ਆਪਣੀ ਜਿਹੜੀ ਰਾਣੀ ਦੀਆਂ ਗੱਲਾਂ ਦੇ ਵਿੱਚ ਆ ਕੇ ਜਿਹੜਾ ਆਪਣਾ ਪੁੱਤਰ ਹੈ ਪਹਿਲੀ ਘਰ ਵਾਲੀ ਦਾ ਉਹਦੀ ਜਿਹੜੀ ਬਾਂਹ ਕਟਵਾ ਦਿੱਤੀ ਤੇ ਉਹਨੂੰ ਆਪਣੇ ਰਾਜ ਭਾਗ ਦੇ ਵਿੱਚੋਂ ਕੱਢ ਦਿੱਤਾ ਤੇ ਵਜ਼ੀਰ ਨੂੰ ਉਹ ਬਾਹਰ ਦੇ ਛੱਡ ਕੇ ਬੜੇ ਸੁਨਾ ਖੂਹ ਸੀਗਾ ਜਿਹੜਾ ਉੱਥੇ ਛੱਡ ਆਉਂਦਾ ਤੇ ਆਪਣੇ ਰਾਜ ਤੋਂ ਬਾਹਰ ਕੱਢ ਦਿੱਤਾ। ਵਜ਼ੀਰ ਨੇ ਉਹਦੀ ਬਾਂਹ ਕੱਟੀ। ਜਿਹੜਾ ਅਸਰ ਰਾਜਾ ਹੈ ਉਹ ਸਮਾਂ ਪਾ ਕੇ ਦੂਸਰੇ ਰਾਜ ਦੇ ਵਿੱਚ ਜਿੱਥੇ ਮੇਰੇ ਰਾਜਾ ਚੜਾਈ ਕਰ ਗਿਆ ਤੇ ਉਹਦੀ ਅੱਗੇ ਸੰਤਾਨ ਨਹੀਂ ਸੀ, ਕੋਈ ਪੁੱਤਰ ਕੋਈ ਔਲਾਦ ਨਹੀਂ ਸੀ ਤੇ ਸੁਭਾਵਕ ਹੈ ਅਸਰ ਰਾਜਾ ਜਿਹੜਾ ਇਹ ਰਾਜ ਦਾ ਪੁੱਤਰ ਹੋਣ ਕਰਕੇ ਇਹਦੇ ਵਿੱਚ ਰਾਜਿਆਂ ਵਾਲੇ ਗੁਣ ਸਨ ਤੇ ਇਸ ਨੂੰ ਰਾਜ ਭਾਗ ਦੇ ਦਿੱਤਾ। ਦੂਜੇ ਪਾਸੇ ਕਿਸੇ ਥਾਂ ਤੇ ਜਾ ਕੇ ਇਹਨੇ ਆਪਣਾ ਰਾਜਾ ਬਣ ਗਿਆ ਤੇ ਰਾਜ ਪ੍ਰਬੰਧ ਬੜਾ ਸੋਹਣਾ ਚਲਾ ਰਿਹਾ ਹੈ। ਰਾਜੇ ਦਾ ਪੁੱਤਰ ਹੋਣ ਕਰਕੇ ਰਾਜ ਭਾਗ ਬਾਰੇ ਜਾਣਕਾਰੀ ਸੀ ਤੇ ਸਮਾਂ ਪਾ ਕੇ ਕਹਿੰਦੇ ਉਹਦੇ ਆਲੇ ਦੁਆਲੇ ਰਾਜ ਭਾਗ ਦੇ ਹੋਰ ਰਾਜਾਂ ਦੇ ਵਿੱਚ ਜਿਹੜੀ ਆ ਭੁੱਖਮਰੀ ਉਹ ਪੈਦਾ ਹੋ ਗਈ, ਕਾਲ ਆ ਗਿਆ ਤੇ ਜਿਹੜਾ ਇਹਦਾ ਪਿਤਾ ਹੈ ਸਾਰੰਗ ਉਹਦੇ ਰਾਜ ਦੇ ਵਿੱਚ ਵੀ ਕਾਲ ਪੈ ਗਿਆ ਤੇ ਸਾਰੰਗ ਨੇ ਆਪਣੇ ਵਜ਼ੀਰ ਨੂੰ ਜਿਹੜਾ ਇਸ ਰਾਜੇ ਕੋਲੇ ਅਸਰ ਰਾਜਾ ਜਿਹੜਾ ਦੂਜੇ ਰਾਜ ਦੇ ਵਿੱਚ ਜਾ ਕੇ ਰਾਜਾ ਬਣ ਗਿਆ ਇਹਦੇ ਕੋਲੇ ਆਲੇ ਦੁਆਲਿਓਂ ਜਿਹੜੇ ਦੂਜੇ ਰਾਜਾਂ ਦੇ ਰਾਜਿਆਂ ਨੇ ਆਪਣੇ ਵਾਸਤੇ ਹੈਲਪ ਵਾਸਤੇ ਉਹਨਾਂ ਕੋਲੇ ਆਪਣੇ ਬੰਦੇ ਭੇਜੇ ਤੇ ਜਿਹੜਾ ਸਾਰੰਗ ਉਹਨੇ ਵੀ ਆਪਣਾ ਵਜ਼ੀਰ ਜਿਹੜਾ ਉਸ ਨੂੰ ਭੇਜਿਆ। ਜੋ ਵਜ਼ੀਰ ਆਇਆ ਤੇ ਅਸਰ ਰਾਜੇ ਨੇ ਉਸ ਨੂੰ ਪਛਾਣ ਲਿਆ ਵੀ ਇਹ ਤਾਂ ਸਾਡਾ ਵਜ਼ੀਰ ਹੈ ਜਿਹੜਾ ਮੇਰੇ ਪਿਤਾ ਦੇ ਨਾਲ ਰਹਿੰਦਾ ਹੈ ਤੇ ਉਸਨੇ ਪਛਾਣ ਕੇ ਉਹਦੇ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਦੱਸਿਆ ਤੇ ਉਹ ਵੀ ਬੜਾ ਖੁਸ਼ ਹੋਇਆ ਵੀ ਹਜੇ ਤੱਕ ਇਹਨਾਂ
ਇਹਨਾਂ ਨੇ ਦੂਜੇ ਰਾਜ ਦੇ ਵਿੱਚ ਆ ਕੇ ਇਹਦਾ ਰਾਜ ਸਥਾਪਿਤ ਕਰ ਲਿਆ, ਰਾਜਾ ਬਣ ਗਿਆ। ਤੇ ਉਹਨੇ ਜਾ ਕੇ ਜਦੋਂ ਵਾਪਸ ਗਿਆ ਰਾਜੇ ਕੋਲੇ, ਸਾਰੰਗ ਕੋਲੇ, ਉਹਨੂੰ ਦੱਸਿਆ ਵੀ ਤੁਹਾਡਾ ਪੁੱਤਰ ਜਿਹੜਾ ਉਹ ਮਾਰਿਆ ਨਹੀਂ ਸੀ, ਉਹਦੀ ਬਾਂਹ ਕੱਟ ਦਿੱਤੀ ਸੀ। ਤੇ ਦੂਜੇ ਰਾਜ ਦੇ ਵਿੱਚ ਜਾ ਕੇ ਜਿੱਥੋਂ ਆਪਾਂ ਹੈਲਪ ਲੈ ਕੇ ਆਏ ਆ ਨਾ, ਹੁਣ ਉਹਨੇ ਸਾਡੀ ਹੈਲਪ ਕੀਤੀ ਹੈ, ਉਹਨੇ ਸਾਡੀ ਮਦਦ ਕੀਤੀ ਹੈ। ਕੋਈ ਵੈਰ ਵਿਰੋਧ ਨਹੀਂ ਰੱਖਿਆ ਵੀ ਤੁਸੀਂ ਕਦੇ ਸਾਡੇ ਨਾਲ ਮੇਰੇ ਨਾਲ ਮਾੜਾ ਕੀਤਾ ਜਾਂ ਮੇਰੀ ਬਾਂਹ ਕੱਟ ਦਿੱਤੀ ਸੀ, ਇਸ ਤਰ੍ਹਾਂ ਨਹੀਂ ਰੱਖਿਆ। ਉਹਨੇ ਸਾਡੀ ਕਿ ਮੈਂ ਪਹਿਲਾਂ ਵੀ ਤੁਹਾਨੂੰ ਕਹਿੰਦਾ ਰਿਹਾ ਵੀ ਤੁਸੀਂ ਰਾਣੀ ਦੀਆਂ ਗੱਲਾਂ ਦੇ ਵਿੱਚ ਆ ਕੇ ਉਹਦੀ ਬਾਂਹ ਕਟਾ ਦਿੱਤੀ, ਉਹਨੂੰ ਰਾਜ ਭਾਗ ਤੋਂ ਬਾਹਰ ਕੱਢ ਦਿੱਤਾ, ਪਰ ਤੁਸੀਂ ਉਹ ਮੰਨੀ ਨਹੀਂ। ਪਰ ਤੁਸੀਂ ਹੁਣ ਜਿਹੜੀ ਉਹਨੇ ਕਿਸੇ ਇਸ ਤਰ੍ਹਾਂ ਵੈਰ ਵਿਰੋਧ ਨਹੀਂ ਰੱਖਿਆ, ਸਾਡੀ ਮਦਦ ਕੀਤੀ ਹੈ। ਤੇ ਉਹਨੇ ਇਸ ਤੋਂ ਬਾਅਦ ਉਸ ਅਸ ਰਾਜੇ ਨੂੰ ਕਿਹਾ ਵੀ ਤੁਸੀਂ ਆਪਣਾ ਆ ਕੇ ਰਾਜ ਭਾਗ ਸਾਂਭ ਸਕਦਾ ਹੈ। ਤੇ ਉਹ ਜਦੋਂ ਉਹ ਰਾਜਾ ਹੈ, ਉਹਦੇ ਹੁਣ ਮਨ ਦੇ ਵਿੱਚ ਇਹਦਾ ਭਾਵਨਾ ਨਹੀਂ ਵੀ ਇੱਥੇ ਆ ਕੇ ਮੈਂ ਰਾਜ ਲੈਣਾ ਹੈ, ਮੈਂ ਇੱਥੇ ਦਾ ਰਾਜਾ ਬਣਾ, ਕਿਉਂਕਿ ਉਹ ਪਹਿਲਾਂ ਹੀ ਦੂਜੇ ਰਾਜ ਦਾ ਰਾਜਾ ਬਣ ਚੁੱਕਿਆ ਹੈ। ਤੇ ਉਹਦੇ ਅੰਦਰ ਇਹਦਾ ਭਾਵਨਾ ਨਹੀਂ ਵੀ ਮੈਂ ਉੱਥੇ ਦਾ ਰਾਜਾ ਬਣ ਜਾਵਾਂ। ਪਰ ਜਿਹੜੀ ਮਤਰੇਈ ਮਾਂ ਸੀ, ਉਹਦੇ ਜਿਹੜੇ ਦੋ ਪੁੱਤਰ ਸਨ, ਉਹਨਾਂ ਨੇ ਕਹਿ ਦਿੱਤਾ ਵੀ ਉਹਨਾਂ ਨੂੰ ਕਹਿ ਦਿੱਤਾ ਉਸਨੇ ਵੀ ਜੇ ਉਹ ਅਸਲ ਰਾਜਾ ਆ ਗਿਆ ਤਾਂ ਪਹਿਲਾ ਪੁੱਤਰ ਜਿਹੜਾ ਹੈਗਾ ਵੀ ਤੁਹਾਨੂੰ ਰਾਜ ਭਾਗ ਨਹੀਂ ਮਿਲਣਾ। ਉਹਨਾਂ ਨੇ ਆਪਸ ਵਿੱਚ ਲੜਾਈ ਹੋਣ ਤੋਂ ਬਾਅਦ ਫਿਰ ਜਿਹੜਾ ਅੰਤ ਨੂੰ ਕਹਿੰਦੇ ਨੇਗੇ ਅਸ ਰਾਜੇ ਜਿਹੜਾ ਉਹ ਦੁਬਾਰਾ ਰਾਜ ਦੇ ਦਿੱਤਾ। ਤੇ ਉਹਦੇ ਨਾਮ ਦੇ ਉੱਤੇ ਜਿਹੜੀ ਧੌਣਾ ਜਿਹੜੀ ਢਾਡੀਆਂ 12 ਇਹ ਲਾਈਆਂ ਗਈਆਂ। ਤੇ ਉਸੇ ਬੜੇ ਉੱਚੇ ਕਿਰਦਾਰ ਦਾ ਮਾਰਗ ਹੋਣ ਕਰਕੇ ਅਸ ਰਾਜਾ ਤੇ ਗੁਰੂ ਨਾਨਕ ਪਾਤਸ਼ਾਹ ਨੂੰ ਗੁਰੂ ਅਰਜਨ ਪਾਤਸ਼ਾਹ ਨੂੰ ਕਹਿਣਾ ਪੈ ਗਿਆ ਵੀ ਉਹਦੇ ਇੰਨੇ ਵੱਡੇ ਉੱਚੇ ਕਿਰਦਾਰ ਦਾ ਮਾਰਗ ਜਿਹੜਾ ਅਸ ਰਾਜਾ ਸੀ, ਉਹਦੀ ਧੁਨੀ ਦੇ ਉੱਤੇ ਇਸ ਆਸਰ ਦੀ ਵਾਰ ਨੂੰ ਜਿਹੜਾ ਉਹ ਹੋਣਾ ਹੈ। 9 ਧੁਨਾਂ ਜਿਹੜੀਆਂ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀਆਂ ਵਰਤੀਆਂ ਗਈਆਂ, ਜਿਨ੍ਹਾਂ ਵਾਰਾਂ ਦੇ ਨਾਲ 9 ਧੁਨੀਆਂ ਜਿਨ੍ਹਾਂ ਨੂੰ ਇਹ ਵਾਰਾਂ ਦੇ ਨਾਲ ਹੋਣਾ ਹੈ। ਜਿਹੜੀਆਂ ਧੁਨੀਆਂ ਜਿਵੇਂ ਕੁੰਡੀਆ ਸਰਾਜੇ ਦੀ ਧੁਨੀ, ਲਲਿਤ ਬਿਲਾਵਲੀ, ਇਹ ਧੁਨੀਆਂ ਜਿਹੜੀਆਂ ਨੇ 9 ਧੁਨੀਆਂ ਹਨ, ਜਿਨ੍ਹਾਂ ਦੇ ਉੱਤੇ 9 ਵਾਰਾਂ 9 ਧੁਨੀਆਂ ਇਹਨਾਂ ਨੂੰ ਹੋਣਾ ਹੈ। ਤੇ ਇਹ ਬਾਣੀ ਦੀ ਵਿਚਾਰ ਜਿਹੜੀ ਹੈ ਆਰੰਭ ਦੇ ਵਿੱਚ ਮੂਲ ਮੰਤਰ ਹੈ। ਤੇ ਇਸ ਤੋਂ ਬਾਅਦ ਜਿਹੜਾ ਅਸ ਰਾਗ ਦਾ ਨਾਮ, ਆਸਾ ਰਾਗ ਦਾ ਨਾਮ ਤੇ ਮਹਲਾ ਪਹਿਲਾ ਇਹ ਬਾਣੀ ਦਾ ਨਾਮ ਹੈ। ਤੇ ਕੁੰਡੀਆ ਸਰਾਜੇ ਦੀ ਧੁਨੀ ਦੇ ਉੱਤੇ ਇਹ ਬਾਣੀ ਨੂੰ ਗਾਉਣਾ ਹੈ। ਤੇ ਸਤਿਗੁਰ ਦੀ ਕਿਰਪਾ ਕਰਨ ਅਸੀਂ ਲਗਾਤਾਰ ਇਸ ਬਾਣੀ ਦੀ ਵਿਚਾਰ ਸਾਂਝੀ ਕਰਨ ਦਾ ਯਤਨ ਕਰਾਂਗੇ। ਤੇ ਇਹ ਬਾਣੀ ਦੀ ਵਿਚਾਰ ਬੜੀ ਜਿਹੜੀ ਕਹੀਏ ਕਿ ਵਿਚਾਰ ਮੰਗਦੀ ਹੈ, ਧਿਆਨ ਮੰਗਦੀ ਹੈ। ਇਸ ਬਾਣੀ ਦੇ ਵਿੱਚ ਬੜੇ ਐਸੇ ਕਹੀਏ ਬੜੇ ਸਾਡੀਆਂ ਉਲਟੀਆਂ ਜਿਹੜੀਆਂ ਖਾਲਨ ਕੀਤੀਆਂ ਸਨ। ਅਸੀਂ ਗਾ ਬਾਣੀ ਨੂੰ ਤਾਂ ਬੜਾ ਗਾ ਲਿਆ, ਪਰ ਉਹਨੂੰ ਆਪਣੇ ਜੀਵਨ ਦੇ ਵਿੱਚ ਨਹੀਂ। ਐਸੇ ਗੁਰੂ ਪਾਤਸ਼ਾਹ ਨੇ ਇਸ ਬਾਣੀ ਦੇ ਵਿੱਚ ਕਹੀਏ ਕਿ ਨੌਤੇ ਸਮਝਾਏ ਨੇ, ਐਸੀਆਂ ਜਿਹੜੇ ਸਮਾਜ ਦੇ ਵਿੱਚ ਕਹੀਏ ਕਿ ਬੁਰਾਈਆਂ ਕੀਤੀਆਂ ਜਾ ਰਹੀਆਂ, ਕਿਸੇ ਨਾਲ ਧੱਕਾ ਕੀਤਾ ਜਾ ਰਿਹਾ, ਹਰ ਇੱਕ ਨੂੰ ਕਿਹਾ ਤਾੜ ਕੇ ਵੀ ਤੁਸੀਂ ਆਹ ਗਲਤ ਕਰਦੇ, ਚਾਹੇ ਵਿਪਰ ਸੀ, ਭਾਵੇਂ ਕੋਈ ਰਾਜਨੀਤਿਕ ਸੀਗਾ, ਕੋਈ ਚਾਹੇ ਇਸਤਰੀ ਨਾਲ ਕੋਈ ਧੱਕਾ ਹੁੰਦੇ, ਸਾਰੇ ਗੁਰੂ ਪਾਤਸ਼ਾਹ ਨੇ ਇਸ ਬਾਣੀ ਦੇ ਰਾਹੀਂ ਬੜਾ ਡਟ ਕੇ ਇਸ ਦੇ ਨਾਲ ਖੁੱਲੇ ਵਿਚਾਰ ਕਰਦੇ ਨੇ ਵੀ ਕਿਸੇ ਨਾਲ ਵੀ ਧੱਕਾ ਨਹੀਂ ਨਾ ਕਰ ਸਕਦਾ। ਭਾਵੇਂ ਜੀਵ ਦੀ ਗੱਲ ਆਈ ਹੋਗੀ, ਇਸ ਬਾਣੀ ਦੇ ਅੰਦਰ ਹੈ ਦਇਆ, ਕ੍ਰਿਪਾ, ਸੰਤੋਖ, ਚਤੁਰਤੀ, ਸਤਿ ਆਪਾਂ ਕੀ ਅੱਜ ਵਿਚਾਰ ਕਰਾਂਗੇ। ਗੋ ਬ੍ਰਾਹਮਣ ਕੋ ਕਰ ਲਾਓ, ਗੋਬਰ ਕਰਨਾ ਚਾਹੀਦਾ। ਭਾਵੇਂ ਸੁੱਚ ਭੈਟ ਦਾ ਜਿਹੜਾ ਗਾ ਉਹ ਬੜਾ एकदम ਬਹਿ ਪਾਇਆ ਕਿਸੇ ਦੇ ਨਾਲ ਭੇਟੇ ਜਾਂਦਾ, ਜਾਂ ਘਰੇ ਕੋਈ ਤਾਂ ਮਾਰ ਜਾਣਾ, ਬੜੇ ਦੇ ਨਾਲ ਕਹਿਣਾ ਵੀ ਸੂਤ ਕਰੇਗਾ ਹੈ, ਇਹ ਘਰ ਪਵਿੱਤਰ ਰਹਿੰਦਾ ਹੈ। ਉਹ ਸਾਰੀਆਂ ਗੱਲਾਂ ਬਾਦਸ਼ਾਹ ਨੇ ਵੀ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ ਇਸ ਬਾਣੀ ਦੇ ਅੰਦਰ ਵਿਚਾਰ ਕੀਤੇ ਵੀ ਗੋਹੇ ਦੇ ਅੰਦਰ ਵੀ ਉਹ ਕੀੜਾ ਹੁੰਦਾ ਹੈ ਤੇ ਲੱਕੜੀ ਦੇ ਵਿੱਚ ਵੀ ਕੀੜਾ ਹੁੰਦਾ ਹੈ, ਤੇ ਉਹ ਅਸੀਂ ਘਰ ਦੇ ਵਿੱਚ ਹਰ ਰੋਜ਼ ਬਾੜਦੇ ਹਾਂ। ਉਹ ਸਾਡੇ ਅੰਦਰ ਦਾ ਫਿਰ ਇਹਦਾ ਸੂਤਕ ਪੱਤ ਕਰ ਰਹੇ, ਇਹਦਾ ਕਦੇ ਖਤਮ ਹੋ ਹੀ ਨਹੀਂ ਸਕਦਾ, ਇਹਦਾ ਜਨਮ ਮਰਨ ਚੱਲਦਾ ਰਹਿੰਦਾ ਹੈ। ਇਸੇ ਤਰ੍ਹਾਂ ਅੱਗੇ ਜਾ ਕੇ ਜਿਹੜਾ ਇਸ ਦਿਨ ਬੜਾ ਮਾੜਾ ਕਿਹਾ ਜਾਂਦਾ ਸੀਗਾ, ਸੋ ਕਿਉਂ ਹੁੰਦਾ ਆਖੀਏ ਜਿੱਤ ਜੰਮਿਆ, ਜਾਂ ਉਹ ਵਿਚਾਰ ਜਿਹੜੀ ਇਸ ਬਾਣੀ ਦੇ ਵਿੱਚ ਦਿੱਤੀ ਹੈ। ਸੂਤਕ ਦੀ ਜਿਹੜੀ ਵਿਚਾਰ ਉਹ ਬਾਣੀ ਇਸ ਬਾਣੀ ਦੇ ਰਾਹੀਂ ਪਾਤਸ਼ਾਹ ਨੇ ਬੜਾ ਸੋਹਣੇ ਲਫ਼ਜ਼ਾਂ ਦੇ ਵਿੱਚ ਸਮਝਾਇਆ ਹੈ। ਜੇ ਮੁਸਲਮਾਨ ਜੇ ਉਹਦੇ ਵਿੱਚ ਵੀ ਧੱਕਾ ਕਰਦੇ, ਨਵਾਜ਼ਾ ਪੜ੍ਹੀ ਜਾਂਦੇ ਨੇ, ਉਹਦੇ ਬਾਰੇ ਵੀ ਗੱਲ ਕੀਤੀ ਹੈ। ਜੇ ਰਾਜੇ ਨੇ ਜਿਹੜੇ ਆਪਣੇ ਆਪ ਨੂੰ ਰਾਜੇ ਅਖਵਾਉਂਦੇ ਨੇ, ਜੇ ਉਹ ਵੀ ਆਪਣੇ ਫਰਜ਼ਾਂ ਤੋਂ ਭੱਜੇ ਹੋਏ ਨੇ, ਭਗੌੜੇ ਹੋਏ ਹਨ, ਉਹਨਾਂ ਨੂੰ ਵੀ ਚੰਗੀ ਤਰ੍ਹਾਂ ਤਾੜਨਾ ਕਰਕੇ ਪਾਤਸ਼ਾਹ ਨੇ ਕਿਹਾ ਵੀ ਤੁਸੀਂ ਆਪਣੇ ਜੇ ਫਰਜ਼ ਨਹੀਂ ਨਿਭਾ ਰਹੇ, ਭਾਵੇਂ ਰਾਜੇ ਨੂੰ ਮਾਰਜੀ ਹੋਵੇ, ਫਰਜ਼ਾਂ ਨੂੰ ਨਿਭਾਉਣ ਵਾਲਾ ਹੀ ਰਾਜਾ ਹੈ। ਇਹ ਸਾਰੀ ਬਾਣੀ ਦੀ ਵਿਚਾਰ ਆਪਾਂ ਜਾ ਕੇ ਕਰਾਂਗੇ। ਸਤਿਗੁਰੂ ਜੀ ਕਿਰਪਾ ਕਰਨ ਆਪਾਂ ਇਸੇ ਤਰ੍ਹਾਂ ਲਗਾਤਾਰ ਇਸ ਬਾਣੀ ਨੂੰ ਸਮਝਣ ਦਾ ਯਤਨ ਕਰਾਂਗੇ। ਸੋ ਬੋਲਦਿਆਂ ਪਾਸੋਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਗੁਨਾਹ ਹੋਣੀਆਂ ਸੁਭਾਵ ਕਰੇ, ਬਖਸ਼ਦਿਆਂ ਬਲਾਓ ਜੀ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਾਰਾਜ ਤੀਜਾ ਆਨੰਦ
आइया सब तांगा हरि केरा मांझी बसाया। कह नानक आनंद हुआ सतगुरु मैं पाया। ए मन मेरा तू सदा रहो हर नाले हर नाल रहो तू मन मेरे। दुख सब विसारना अंगीकारो करे तेरा। कात सब सवारना सबना गला समरथ स्वामी सो क्यों मोह विसारे। कह नानक मन मेरे सदा रहो हर नाले। साचे साहिबा क्या नाही घर तेरे। घाटा तेरा सब किश है सदे सो पावे। सदा सिफ सदा तेरी नाम मन वसावे। नाम जिन के मन वसिया बाजे शब्द कनेरे। कह नानक सच्चे साहिब क्या नाही घर तेरे। साचा नाम मेरा आधारो साज नाम आधार मेरा। जिन भुखा सब गवाइया कर शांत सुख मन आय वसिया। इच्छा सब पटाइया सदा कुर्बान किता गुर बिनो। जिस दियां वडियाइयां कह नानक सुनो संतो शब्द तरो प्यारो। साचा नाम मेरा आधारो बाजे पंच शब्द तित घर सभाग्या। घर सभाग्या शब्द बाजे कलात कर धारिया। पंच दूध दुध वस कीते काट कंटक मारिया। तुर कर्म पाया तुझ को से नाम हर के लागे। कह नानक दास को तित कर अनहद बाजे। आनंद सुनो बड़ भागी हो सगल मनोरथ पूरे। पार ब्रह्म प्रभ पाया उतरे सगल विसूरे। दुख रोग संताप उतरे सुनी सची बाणी। संत साजन भय सरसे पूरे गुर ते जानी। सुनते पुनीत कहते पवित सतगुर रहिया पर पूरे। बिनवंत नानक गुर चरण लागे बाजे अनहद तोरे। सुनते पुनीत कहते पवित सतगुर रहिया पर पूरे। बिनवंत नानक गुर चरण लागे बाजे अनहद तोरे। वाहिगुरू जी का खालसा वाहिगुरू जी की फतेह। तुम ठाकुर तुम मात पिता मुबारक तेरे तुमरी पवन सुख कनेरे।